ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਨ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ਬਦ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵੋ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁਣ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਯਮ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸਿੱਖਨ ਕੇ ਬਾਕ ਅਚਲ ਹੈ। ਕਰੋ ਹਟਾਵਨ ਨਹਿ ਮਮ ਬਲ ਹੈ। ਮੋਹਿ ਕਹੇ ਕੋ ਸਿੱਖ ਹਟਾਵੈ। ਤਿਨ ਕੋ ਕਹਿਬੋ ਕੌਣ ਮਿਟਾਵੈ। ਗੁਰ ਸਿੱਖਨ ਕੇ ਬਾਕ ਅਚਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਬਾਣੀ ਦੇ ਬੋਹਿਤ ਨਾਮ ਦੇ ਜਹਾਜ ਵਾਲੀਏ ਕੁਲ ਆਲਮ ਪਰਮੇਸ਼ਵਰ ਜੀ ਦਾ ਨਿਜ ਸਵਰੂਪ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੀਵਡ ਆਵਰ ਨਾ ਕੋਈ। ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ
ਹਜ਼ੂਰੀ ਅੰਦਰ ਸੁਭਾਈਮਾਨ ਸਤਿਗੁਰਾਂ ਦਾ ਸੁੰਦਰ ਸਰੂਪ ਖਾਸ ਰੂਪ ਸਾਧ ਸੰਗਤ ਜੀਓ। ਵਡਿਆਈ ਦੇ ਪਾਤਰ ਹੋਏ ਆਪ ਜੀ, ਜਿਨ੍ਹਾਂ ਨੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਬੜੇ ਪਿਆਰ ਦੇ ਨਾਲ ਦਾਤਾ ਜੀ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਸਰਵਣ ਕਰਕੇ ਮਨੁੱਖਾ ਜੀਵਨ ਦੇ ਬਹੁਮੁੱਲੇ ਫਲਾਂ ਨੂੰ ਆਪ ਜੀ ਨੇ ਸਫਲਿਆਂ ਬਣਾਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਬੁੱਧੂ ਜੀ ਸਤਿਗੁਰੂ ਜੀ ਦੇ ਬਚਨ ਮੰਨ ਕੇ ਲਾਹੌਰ ਆਪਣੇ ਗ੍ਰਹਿ ਵਿਖੇ ਸੰਗਤਾਂ ਨੂੰ ਬੁਲਾਉਂਦੇ ਨੇ, ਭਾਵਨਾ ਦੇ ਨਾਲ ਲੰਗਰ ਵੀ ਛਕਾਉਂਦੇ ਨੇ। ਪਰ ਇੱਕ ਕਰਨੀ ਕਮਾਈ ਵਾਲਾ ਗੁਰੂ ਕਾ ਸਿੱਖ ਹੈ ਭਾਈ ਲੱਖੂ, ਉਹ ਆ ਜਾਂਦਾ ਹੈ। ਉਹ ਕਹਿੰਦਾ ਕਿ ਮੈਨੂੰ ਪ੍ਰਸ਼ਾਦਾ, ਤੇ ਭਾਈ ਬੁੱਧੂ ਜੀ ਇਨਕਾਰ ਕਰ ਦਿੰਦੇ ਨੇ ਕਿ ਤੂੰ ਦੇਰ ਨਾਲ ਆਇਆ ਹੈ, ਲੰਗਰ ਵਰਤ ਚੁੱਕਿਆ ਹੈ, ਸਾਰੇ ਛਕ ਚੁੱਕੇ ਨੇ, ਹੁਣ ਨਹੀਂ। ਅੰਦਰ ਸੰਗਤ ਅਰਦਾਸ ਕਰਦੀ ਹੈ ਕਿ ਬੁੱਧੂ ਦਾ ਆਵਾ ਪੱਕਾ, ਲੇਕਿਨ ਸਤਿਗੁਰ ਦੇ ਪ੍ਰੇਮ ਵਿੱਚ ਭੇਜਿਆ ਹੋਇਆ ਭਾਈ ਲੱਖੂ ਦਰਵਾਜ਼ੇ ਦੇ ਬਾਹਰ ਖੜਾ ਕਹਿੰਦਾ ਕਿ ਬੁੱਧੂ ਦਾ ਆਵਾ ਕੱਚਾ। ਕੁਝ ਸਮਾਂ ਹੋਇਆ, ਬੁੱਧੂ ਨੇ ਜਦੋਂ ਦੇਖਿਆ ਆਵੇ ਖੋਲੇ ਨੇ ਤੇ ਇੱਟਾਂ ਕੱਚੀਆਂ ਨੇ ਤੇ ਪਿਲੀਆਂ ਨੇ, ਹੈਰਾਨ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਾ, ਬੇਨਤੀ ਕਰਦਾ, ਦਾਤਾ ਤੁਸਾਂ ਨੇ 20 ਵਚਨ ਕਹੇ ਸਨ ਕਿ ਤੇਰੇ ਆਵੇ ਬਹੁਤ ਪੱਕੇ ਨਿਕਲਣਗੇ। ਤੁਹਾਡੇ ਬਚਨ ਮੰਨ ਕੇ ਮੈਂ ਲੰਗਰ ਵੀ ਛਕਾਇਆ, ਸੰਗਤਾਂ ਦੀ ਸੇਵਾ ਵੀ ਕੀਤੀ ਏ। ਮਹਾਰਾਜ ਇੱਟਾਂ ਤੇ ਫਿਰ ਪਿਲੀਆਂ ਨੇ, ਪੀਲੀਆਂ ਨੇ, ਇਹ ਤੇ ਕੱਚੀਆਂ ਰਹਿ ਗਈਆਂ। ਮਹਾਰਾਜ ਮੇਰਾ ਤੇ ਨੁਕਸਾਨ ਹੋ ਗਿਆ, ਇੰਨਾ ਮੈਂ ਪੈਸਾ ਲਗਾਇਆ, ਮੇਰਾ ਸਾਰਾ ਜੀਵਨ ਕਰਜ਼ਾ ਲਾਉਂਦਿਆਂ ਹੀ ਲੰਘ ਜਾਏਗਾ। ਸਤਿਗੁਰੂ ਜੀ ਇਹ ਕੀ ਬਣਿਆ? ਮਹਾਰਾਜ ਕਹਿੰਦੇ ਝਾਤੀ ਮਾਰ, ਕੋਈ ਭੁੱਖਾ ਤਾਂ ਨਹੀਂ ਰਹਿ ਗਿਆ? ਕਹਿੰਦਾ ਹਾਂ, ਸਤਿਗੁਰੂ ਇੱਕ ਆਇਆ ਸੀ, ਉਹਦੇ ਮੈਲੇ ਕੁਚਾਲੇ ਕੱਪੜੇ ਸਨ, ਸਿੱਧਾ ਸਾਦਾ ਜਿਹਾ ਲੱਗਦਾ ਸੀ, ਉਹਨੂੰ ਮੈਂ ਲੰਗਰ ਨਹੀਂ ਛਕਾਇਆ। ਮਹਾਰਾਜ ਕਹਿੰਦੇ ਬਾਹਰੋਂ ਉਹ ਸਿੱਧਾ ਸਾਦਾ ਸੀ, ਪਰ ਗੁਰੂ ਕਾ ਸਿੱਖ ਸੀ, ਉਹ ਬੜਾ ਕਮਾਈ ਵਾਲਾ ਸੀ। ਤੇ ਕਹਿੰਦਾ ਮਹਾਰਾਜ ਉਹਨੇ ਬਚਨ ਕਹੇ ਤੇ ਉਹਦੇ ਬਚਨ ਸੱਚ ਹੋ ਗਏ, ਜਿਹੜੇ ਤੁਸੀਂ ਬਚਨ ਕਹੇ ਉਹ। ਮਹਾਰਾਜ ਨੇ ਫਿਰ ਬੜੇ ਕਮਾਲ ਦੀ ਅੱਗੋਂ ਗੱਲ ਕਹੀ। ਹਜ਼ੂਰ ਕਹਿੰਦੇ ਨੇ ਕਮਾਈ ਵਾਲੇ ਗੁਰੂ ਸਿੱਖਾਂ ਦੇ ਬੋਲੇ ਹੋਏ ਬੋਲ, ਮਹਾਰਾਜ ਕਹਿੰਦੇ ਉਹ ਨਹੀਂ ਮੈਂ ਟਾਲ ਸਕਦਾ। ਸਿੱਖ ਮੇਰੇ ਬਚਨਾਂ ਨੂੰ ਟਾਲ ਸਕਦੇ ਨੇ, ਪਰ ਮੈਂ ਨਹੀਂ ਬਦਲ ਸਕਦਾ। ਕਹਿੰਦਾ ਮਹਾਰਾਜ ਹੁਣ ਕੀ ਹੋਵੇਗਾ? ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਅੱਗੋਂ ਕੀ ਕਿਰਪਾ ਕਰਦੇ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਭਾਵਨਾ ਦੇ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸਿੱਖਨ ਕੇ ਬਾਕ ਅਚਲ ਹੈ, ਕਰੋ ਹਟਾਵਨ ਨਹਿ ਮਮ ਬਲ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਕਮਾਈ ਵਾਲੇ ਸਿੱਖ ਨੂੰ, ਬੰਦਗੀ ਵਾਲੇ ਸਿੱਖ ਨੂੰ ਮਾਣ ਦੇ ਰਹੇ ਨੇ। ਸਤਿਗੁਰੂ ਜੀ ਸਤਿਕਾਰ ਦਿੰਦੇ ਨੇ, ਕਹਿੰਦੇ ਨੇ ਬੁੱਧੂ ਸਿੱਖਾਂ ਦੇ ਕਹੇ ਹੋਏ ਜਿਹੜੇ ਬਚਨ ਨੇ ਉਹ ਅਚਲ ਨੇ, ਅਟਲ ਨੇ, ਉਹ ਅਮੋਘ ਬਾਣ ਦੀ ਤਰ੍ਹਾਂ ਨੇ, ਉਹ ਸਫਲ ਹੁੰਦੇ ਨੇ, ਕਦੇ ਅਸਫਲ ਨਹੀਂ ਜਾਂਦੇ। ਮੇਰੇ ਅੰਦਰ ਵੀ ਇੰਨਾ ਬਲ ਨਹੀਂ, ਤਾਕਤ ਨਹੀਂ ਕਿ ਉਹਨਾਂ ਦੇ ਕਹੇ ਹੋਏ ਬਚਨਾਂ ਨੂੰ ਮੈਂ ਟਾਲ ਸਕਾਂ, ਮੋੜ ਸਕਾਂ ਨਾ। ਜਿਵੇਂ ਸਤਿਗੁਰ ਨੇ ਬਾਣੀ 'ਚ ਕਿਰਪਾ ਕੀਤੀ, ਮਹਾਰਾਜ ਦੇ ਬੋਲ ਆਉਂਦੇ ਨੇ ਨਾ ਕਿ ਮੇਰੀ ਬਾਂਦੀ ਭਗਤ ਛਡਾਵੈ,
ਬਾਂਧੈ ਭਗਤ ਨ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਧੈ, ਤੋ ਫਿਰ ਮੋਪੈ ਜਵਾਬ ਨਾ ਹੋਏ। ਇਹ ਬਾਣੀ ਦੇ ਬੋਲਣਾ ਜੀ ਭਗਤਾਂ ਦੇ। ਪਰਮਾਤਮਾ ਕਹਿੰਦਾ ਕਿ ਜਿਹੜੇ ਭਗਤ ਨੇ ਉਹ ਤੇ ਮੋਹ ਦੀਆਂ ਫਾਹੀਆਂ ਵਿੱਚ ਬੰਨੇ ਹੋਏ, ਉਹ ਤੇ ਮੈਂ ਛੁਡਾ ਸਕਣਾ ਵਾਂ, ਪਰ ਜਦੋਂ ਭਗਤ ਆਪਣੇ ਪ੍ਰੇਮ ਦੀਆਂ ਜੰਜੀਰਾਂ ਵਿੱਚ ਮੈਨੂੰ ਬੰਨ ਲੈਂਦਾ ਨਾ, ਤੇ ਫਿਰ ਮੈਨੂੰ ਛਡਾਉਣਾ ਆਪਣਾ ਆਪ ਔਖਾ ਹੋ ਜਾਂਦਾ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧੈ, ਤੋ ਫਿਰ ਮੋਪੈ ਜਵਾਬ ਨਾ ਹੋਏ। ਇਸ ਨੂੰ ਸਾਹਿਬ ਨੇ ਹੋਰ ਕਿਰਪਾ ਕੀਤੀ ਅੰਮ੍ਰਿਤ ਬਾਣੀ ਵਿੱਚ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੋਂ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਕਿਉਂ? ਸਤਿਗੁਰ ਨੇ ਬਾਣੀ 'ਚ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਇਹ ਸਾਰੀ ਕਾਇਨਾਤ ਪਰਮਾਤਮਾ ਦੇ ਵਸ ਵਿੱਚ ਹੈ, ਪਰ ਕਹਿੰਦੇ ਨੇ ਉਹ ਪਰਮਾਤਮਾ ਆਪਣੇ ਭਗਤਾਂ ਦੇ ਵਸ ਵਿੱਚ ਹੈ। ਹਜ਼ੂਰ ਦੇ ਬਚਨ ਆਪ ਜੀ ਪੜ੍ਹਦੇ ਹੋ, ਸੁਣਦੇ ਹੋ ਕਿ ਸਭ ਕੋ ਤੇਰਾ ਵਸ, ਅਗੰਮ ਅਗੋਚਰਾ, ਲੇਕਿਨ ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਇਸ ਕਰਕੇ ਸਾਹਿਬ ਕਹਿੰਦੇ ਭਗਤ ਦਾ, ਸਿੱਖ ਦਾ ਜਿਹੜਾ ਕਹਿਆ ਹੋਇਆ ਮੈਂ ਵੀ ਨਹੀਂ ਬਦਲ ਸਕਦਾ ਹਾਂ ਜੀ। ਮੋਹਿ ਕਹੇ ਕੋ ਸਿੱਖ ਹਟਾਵੇ, ਤਿਨ ਕੋ ਕਹਿਬੋ ਕੌਣ ਮਿਟਾਵੇ। ਹਜ਼ੂਰ ਜੀ ਕਹਿਣ ਲੱਗੇ ਮੇਰੇ ਕਹੇ ਨੂੰ ਸਿੱਖ ਹਟਾ ਸਕਦਾ ਹੈ, ਪਰ ਤਿਨ ਕੋ ਕਹਿਬੋ ਕੌਣ ਹਟਾਵੇ। ਸਿੱਖ ਦੇ ਕਹੇ ਨੂੰ ਕੌਣ ਹਟਾਵੇ? ਨਹੀਂ ਹਟਾ ਸਕਦਾ। ਬਾਣੀ ਚ ਪਰਮਾਤਮਾ ਦਿੱਤੇ ਕਿ ਕੋਈ ਨੁਕਤਾਚੀਨੀ ਕਰੇ, ਫਿਰ ਮੋਹਰ ਲੱਗ ਜਾਂਦੀ ਹੈ ਜੀ ਫਿਰ ਬਾਣੀ ਦੀ। ਮੇਰੇ ਹਜ਼ੂਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਮੇਰੇ ਕਹੇ ਹੋਏ ਨੂੰ ਤੇ ਜਿਹੜੇ ਸਿੱਖ ਨੇ ਹਟਾ ਸਕਦੇ ਨੇ, ਪਰ ਕਹਿੰਦੇ ਸਿੱਖ ਦੇ ਕਹੇ ਹੋਏ ਨੂੰ ਕੋਈ ਨਹੀਂ ਹਟਾ ਸਕਦਾ। ਤਾਂ ਹੀ ਸਤਿਗੁਰ ਕਹਿੰਦੇ ਨੇ ਭਗਤ ਮੁਖਾਂ ਤੇ ਬੋਲਦੇ ਸੇ ਬਚਨ ਹਵੰਦੇ। ਉਹ ਜੋ ਮੁਖ ਤੋਂ ਬੋਲ ਦਿੰਦੇ ਨੇ ਉਹਨਾਂ ਦੇ ਬਚਨ ਸਤ ਹੋ ਕੇ ਹੀ ਰਹਿੰਦੇ ਹਨ ਜੀ। ਜੋ ਸੰਗਤ ਹਿਤ ਕਰੇ ਆਹਾਰੇ, ਸ਼ੁੱਧਤ ਨਾ ਜਾਣ ਦੇਹ ਨਿਜ ਦੁਆਰੇ। ਮਹਾਰਾਜ ਕਹਿਣ ਲੱਗੇ ਜੇ ਸੰਗਤ ਵਾਸਤੇ ਪਿਆਰਿਓ ਭੋਜਨ ਤਿਆਰ ਕਰਵਾਓ ਸੇਵਾ ਦੇ ਲਈ, ਤੇ ਫਿਰ ਆਪਣੇ ਦਰ ਤੋਂ ਕਿਸੇ ਨੂੰ ਵਾਪਸ ਭੁੱਖਾ ਨਾ ਮੋੜੋ, ਕਿਸੇ ਨੂੰ ਭੁੱਖਿਆ ਨਹੀਂ ਜਾਣ ਦੇਣਾ ਹੈ ਜੀ। ਪਾਉ ਪੂਰਨ ਗੁਰਪੁਰਬ ਪਛਾਨੋ, ਨਾਹੈ ਤਾਂ ਊਨੋ ਰਹਿ ਚਿਤ ਠਾਨੋ। ਜੇਕਰ ਤੁਸੀਂ ਐਸਾ ਕਰਦੇ ਹੋ ਫਿਰ ਤੇ ਗੁਰੂ ਦੀ ਖੁਸ਼ੀ ਹੈ, ਫਿਰ ਤੇ ਸਮਝੋ ਕਿ ਤੁਸੀਂ ਗੁਰੂ ਦਾ ਗੁਰਪੁਰਬ ਮਨਾ ਲਿਆ, ਗੁਰੂ ਦੀਆਂ ਖੁਸ਼ੀਆਂ ਲੈ ਲਈਆਂ। ਪਰ ਜੇ ਤੁਸੀਂ ਐਸਾ ਨਹੀਂ ਕਰਦੇ ਤਾਂ ਮਹਾਰਾਜ ਕਹਿੰਦੇ ਫਿਰ ਆਪਣੇ ਅੰਦਰ ਧਾਰ ਲਵੋ ਕਿ ਤੁਹਾਡੇ ਅੰਦਰ ਕਮੀ ਹੈ, ਉਣਤਾਈ ਖਾਮੀ ਹੈ ਜੀ। ਇਹ ਮੇਰੀ ਸਿੱਖ ਮਨ ਹੈ ਜੇ, ਕਾਰਜ ਲਹੈ ਸੰਪੂਰਨ ਤੇ। ਹਜ਼ੂਰ ਜੀ ਕਹਿਣ ਲੱਗੇ ਜਿਹੜਾ ਵੀ ਸਿੱਖ ਮੇਰੇ ਆ ਬਚਨ ਮੰਨ ਲਏਗਾ, ਜਿਹੜੀ ਆ ਸਿੱਖਿਆ ਨੂੰ ਧਾਰਨ ਕਰ ਲਏਗਾ, ਜੋ ਇਹਨਾਂ ਬਚਨਾਂ ਨੂੰ ਕਮਾਏਗਾ, ਹਜ਼ੂਰ ਕਹਿੰਦੇ ਨੇ ਕਾਰਜ ਲਹੈ ਉਹਦੇ ਸਾਰੇ ਹੀ ਕਾਰਜ ਰਾਸ ਹੋਣਗੇ, ਉਹਦੇ ਕਾਰਜਾਂ 'ਚ ਕੋਈ ਵਿਗਲ ਨਹੀਂ ਵਿਆਪੇਗਾ, ਉਹਦਾ ਹਰੇਕ ਕਾਰਜ ਸਿਰੇ ਚੜੇਗਾ ਜੀ। ਗੁਰ ਸਿੱਖਨ ਤੇ ਭੈ ਨਿਤ ਕਰਨੋ, ਕਭੂ ਅਨਾਦਰ ਨਹਿ ਮਨ ਧਰਨੋ। ਇਸ ਕਰਕੇ ਭਾਈ ਬੁੱਧੂ ਜੀ ਗੁਰੂ ਕੇ ਸਿੱਖਾਂ ਦਾ ਮਨ 'ਚ ਭੈ ਰੱਖਣਾ ਹੈ, ਅਦਬ ਰੱਖਣਾ ਹੈ, ਕਿਉਂਕਿ ਗੁਰੂ ਦੇ ਸਿੱਖ ਬਹੁਤ ਉੱਚੇ ਨੇ। ਸਭ ਤੋਂ ਵੱਡੇ ਭਾਗ ਤੇਨਾ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ। ਮਹਾਰਾਜ ਕਹਿੰਦੇ ਗੁਰਸਿੱਖ ਤੇ ਇੰਨਾ ਮਹਾਨ ਹੈ, ਹੋਏ ਬੰਦਗੀ ਵਾਲਾ, ਹੋਵੇ ਨਿਤ ਨਵੀਂ ਬਾਣੀ ਪੜ੍ਹਨ ਵਾਲਾ। ਮਹਾਰਾਜ ਕਹਿੰਦੇ ਉਹ ਤੇ ਇੰਨਾ ਮਹਾਨ ਹੈ, ਉਹਦੇ ਲਈ ਤੇ ਗੁਰੂ ਪਿਤਾ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ। ਗੁਰਸਿੱਖਾਂ ਤੇ ਪੈ ਨਿਤ ਕਰਨੋ, ਗੁਰੂ ਕੇ ਸਿੱਖਾਂ ਦਾ ਆਪਣੇ ਮਨ 'ਚ ਅਦਬ ਰੱਖਣਾ, ਪੈ ਰੱਖਣਾ ਹੈ। ਕਦੇ ਭੁੱਲ ਕੇ ਵੀ ਗੁਰੂ ਦੇ ਸਿੱਖ ਦਾ ਅਨਾਦਰ ਨਹੀਂ ਕਰਨਾ, ਨਰਾਦਰ ਨਹੀਂ ਕਰਨਾ, ਕਦੇ ਵੀ ਉਹਨੂੰ ਮੰਦਾ ਨਹੀਂ ਬੋਲਣਾ, ਕਦੇ ਵੀ ਉਹਨੂੰ ਆਪਣੇ ਘਰੋਂ ਬੇਇੱਜ਼ਤ ਕਰਕੇ ਨਹੀਂ ਤੋਰਨਾ ਹੈ ਜੀ। ਸਿੱਖ ਬਚਨ ਕੋ ਜਾਣਹਿ ਮੀਠੇ, ਸਨਮੁਖ ਮਿਲਹਿ ਲਹੈ ਚਿਤ ਈਠੇ। ਕਹਿਣ ਲੱਗੇ ਸਿੱਖਾਂ ਦੇ ਜਿਹੜੇ ਬਚਨ ਨੇ ਉਹ ਨਾ ਮਿੱਠੇ ਜਾਣਨੇ ਨੇ, ਉਹਨਾਂ ਨੂੰ ਪਿਆਰ ਕਰਨਾ ਹੈ,
अगर कोई गुरु का सिख मिलता है, बस तेनों चाह चढ़ जाना चाहिए कि तेरा मित्र मिलिया, तेरा सज्जन मिलिया, तेरा प्यारा मिलिया। कदे समा सी जी, कदे समा सी कि जदों कोई गुरसिख दूसरे गुरसिख नूं मिलदा सी ते गुरसिख नूं चाह चढ़ जांदा सी। वो कहंदा सी कि आए मिल गुरसिख, आए मिल तू मेरे गुरु के प्यारे। पर हुण हालात बदल गए। हुण ते सिख वाल वेख के ना सिख मूँह परां नूं कर लैंदा, किते फतेह ही ना बुला दे मैनूं, किधरे कुछ कह ही ना दे, पुछ ही ना ले। हुण वो चीज रह नहीं गई। सच्ची गल है, आपां सारे बेटे सच ते सच ही है जी। हुण वो चीज नहीं। कदे समा सी कहंदे सन कि जो दीसै गुर सिखड़ा तिस नेव नेव लागों पाए जियो। कदे ते महाराज कहंदे सी कोई करनी वाला कमाई वाला सिख आ जाए, महाराज कहंदे ओदे पैरीं हथ ला दई। पर हुण ते गुरसिख गुरसिखां दीयां पग्गां ही लाई जा रहे ने, दस्तारां ही लाई जा रहे ने। आपां वेख रहे की हो रहा जी, सारे देखदे। वो चीज रह चली गई जी। हुण वो सिखां च प्यार, वो इतफाक, वो प्रेम, वो अदब सत्कार रह नहीं गया जी। सच्ची गल है। महाराज ने कहा ते यही कारण है कि साडी कौम की तराशदी भी तां ही है। असीं मार भी तां ही खा रहे हैं, सारे पासिਆਂ तो नुकसान भी तां ही हो रहा है, कुट भी तां ही खाई जा रहे हैं। प्यार इस करके कि असीं आपस में एक दूसरे का अदब सत्कार करना वो भुल चुके हैं। वो असां ने गवा दिता है। हजूर ने कृपा की, कहते ने गुरु के सिखां नूं, गुरु के सिखां दे बचन मिठे करके जानने। ते जदों कोई सुख मिले ते तेनों चाह चढ़ जाए कि मेरा मित्र मिलिया, मेरा सज्जन मिलिया, मेरे गुरु दा प्यार वाला मैनू मिलिया है जी। अपना चिंत कर हृदय मजार, कारज तेरो देह सवार। भाई बुद्धू जी कहंदे दाता हुण गलती ते हो गई है, समा लंघ गया। महाराज हुण की बनेगा? पातशाह हुण इहदा इलाज की है? हुण गां भी तां कृपा करो। मेरी हालत वेखो दाता, हजारां दा मैं करजा लै चुकिया वां, बाणीए मेरे दरवाजे पट के रख देणगे, नहीं तो मैनूं फाहा लैके मरना पै जाएगा। मैं करांगा की? ठीक है, मेरे तो गलती हुई, मैं सिख नूं पहचान ना सकिया, मैं घरों भुखियां तोड़ दिता, नरादरी वाले बोल भी मैं उन्होंने बोल दिते ने, मैं अपनी गलती मनना वा। प्यार आ गुरु दर ते आण के इंसान, गुरु का सिख जदों अपनी गलती मन लए ना ते गुरु उस वेले बख्श देंदा है। जदों सिख ये कह दे कि जप तप संयम धर्म ना कमाया, सेवा साध न जानिया हर राया, कहो नानक हम नीच कर्मा, सरन परे की राखो शर्मा। फिर गुरु बख्श देंदा है जी। भाई बुद्धू जी ने आख्या ठीक है महाराज, मेरे अंदर कमी, मैं अपना दोष मानना क्यों? राख लिहो हम ते बिगड़ी, मेरे करके बिगड़ी है, पर दाता उन्हें सवारनी तो सही है ना। हुण करो कृपा। तन गुरु अर्जुन देव महाराज जी पर कहा, कहंदे हुण तू चिंता ना कर, तू फिक्र ना कर। महाराज जी कहंदे क्यों घबराउना है? हजूर कहंदे हौसला रख, अब ना चिंत कर दे मजार, कारज तेरे देह सवार, तेरे भी कारज आपां सवार देवांगे जी। बहुर ना करो कबहू अस बात, सिख अनादर है दुख दात। पर कहन लगे एक गल पल्ले बोला, दोबारा ऐदा नहीं करना, परत के ये गल नहीं होनी चाहिए, ये वादा कर, प्रण कर इत्थे। क्यों कि गुरु दे सिखां दा नरादर ये जिंदगी अंदर दुखां नूं जन्म देंदा है। महाराज कहंदे जिन्ना गुरु दे सिखां दा अदब करेगा, सत्कार करेगा, तेरे जीवन अंदर सुख आएगा। ते जिन्ना गुरु के सिखां दा नरादर करेगा, सच करके जानी तेरा जीवन कंडियां रूपी दुखां नाल भर जाएगा। दुख ही दुख आउणगे। आदर सत्कार करना है। क्यों कल आपां जिक्र किया कि महाराज ने कहा कि माता प्रीत करे पुत खाए। मां बड़ी खुश हुंदी है जदों कि ओहदे पुत नूं कोई चंगी चीज खवाउंदा ते पुत खांदा है ना। मां बच्चे ते भी खुश हुंदी है ते खवाउण वाले ते भी खुश हुंदी है कि मेरे बच्चे नूं प्यार करदा पिया। मीने प्रीत पई जल नहाए। मीन मच्छी उदों खुश हुंदी है जदों उहनूं बहुत पानी मिलदा है, खुश हुंदी है। सतगुर प्रीत गुरसिख मुख पाए,
ਮਹਾਰਾਜ ਕਹਿੰਦੇ ਗੁਰੂ ਉਸ ਵੇਲੇ ਬਹੁਤ ਖੁਸ਼ ਹੁੰਦਾ ਹੈ ਜਦੋਂ ਇੱਕ ਗੁਰੂ ਦੇ ਸਿੱਖ ਦੇ ਮੁਖ ਵਿੱਚ ਦੂਸਰਾ ਗੁਰੂ ਕਾ ਸਿੱਖ ਗਰਾਈ ਪਾਉਂਦਾ ਤਾਂ ਮਹਾਰਾਜ ਉਹਦੀ ਸੇਵਾ ਕਰਦਾ ਹੈ। ਜਦੋਂ ਕੋਈ ਉਹਦਾ ਅਦਬ ਕਰਦਾ, ਸਤਿਕਾਰ ਕਰਦਾ, ਉਦੋਂ ਗੁਰੂ ਬੜਾ ਖੁਸ਼ ਹੁੰਦਾ ਹੈ। ਇਹਨਾਂ ਵੀ ਚੇਤੇ ਰੱਖਿਓ, ਅਗਰ ਪਿਆਰਿਓ ਕੋਈ ਆਖੇ ਮੈਂ ਗੁਰੂ ਦਾ ਅਦਬ ਕਰਨਾ, ਸਿੱਖਾਂ ਦਾ ਅਦਬ ਨਹੀਂ, ਪਿਆਰਿਓ ਬਾਬੇ ਨਾਨਕ ਨੂੰ ਜਿੰਨੇ ਮਰਜ਼ੀ ਪਕਵਾਨ ਛਕਾ ਦਿਓ, ਜੇ ਮਰਦਾਨੇ ਨੂੰ ਧੱਕੇ ਮਾਰੋਗੇ ਬਾਬੇ ਨਾਨਕ ਦੀ ਖੁਸ਼ੀ ਨਹੀਂ ਲੈ ਸਕੋਗੇ। ਇਹ ਗੱਲ ਚੇਤੇ ਰੱਖਿਓ। ਜੇ ਸਿੱਖ ਦੀ ਨਰਾਦਰੀ ਕਰੋਗੇ ਤੇ ਆਖ ਮੈਂ ਗੁਰੂ ਦਾ ਅਦਬ ਕਰਨਾ, ਨਹੀਂ, ਫਿਰ ਗੁਰੂ ਦੀ ਖੁਸ਼ੀ ਨਹੀਂ। ਇਸੇ ਗੁਰੂ ਦੇ ਪੁੱਤਰ ਨੇ, ਗੁਰੂ ਦੇ ਬੱਚੇ ਨੇ ਜੀ। ਸਾਹਿਬ ਨੇ ਕਿਹਾ ਭਾਈ ਬੁੱਧੂ ਦੁਬਾਰਾ ਏਦਾਂ ਨਹੀਂ ਹੋਣਾ ਚਾਹੀਦਾ, ਦੁਬਾਰਾ ਕਿਧਰ ਐਸਾ ਕੰਮ ਨਾ ਕਰੀ। ਗੁਰੂ ਕੇ ਸਿੱਖਾਂ ਦਾ ਜਿਹੜਾ ਅਨਾਦਰ ਨਰਾਦਰ ਇਹ ਦੁੱਖਾਂ ਨੂੰ ਜਨਮ ਦਿੰਦਾ ਹੈ ਜੀ। ਕਾਚੀ ਈਟ ਪਚਾਵੇ ਜੋਏ, ਬਿਕਹਿ ਮੋਲ ਪਾਕੀ ਕੇ ਸੋਏ। ਤੇ ਕਹਿੰਦਾ ਮਹਾਰਾਜ ਹੁਣ ਫਿਰ ਕਿਰਪਾ ਹੋ ਜਾਊ, ਮੇਰੀਆਂ ਇੱਟਾਂ ਪੱਕੀਆਂ ਹੋ ਜਾਣਗੀਆਂ। ਸਤਿਗੁਰ ਕਹਿੰਦੇ ਨਹੀਂ, ਉਹ ਤੇਰੀ ਹੋਣੀਆਂ, ਕਿਉਂਕਿ ਗੁਰੂ ਕੇ ਸਿੱਖ ਨੇ ਕਹਿਤਾ ਵੀ ਹੁਣ ਆਵਾ ਕੱਚਾ ਹੀ ਰਹੇ, ਉਹ ਮੈਂ ਬਦਲ ਨਹੀਂ ਸਕਦਾ। ਗੁਰੂ ਦੇ ਸਿੱਖ ਦੇ ਬੋਲ ਨੇ, ਬੋਲਾਂਗਾ ਫਿਰ ਉਹਦੀ ਨਰਾਦਰੀ ਹੈ, ਇਹ ਮੈਂ ਕਰਨਾ ਕੋਈ ਨਹੀਂ। ਮਹਾਰਾਜ ਫੇਰ ਸਾਹਿਬ ਕਹਿੰਦੇ ਹਾਂ ਰਹਿਣਗੀਆਂ ਤੇ ਕੱਚੀਆਂ ਹੀ, ਪਰ ਇਹਨਾਂ ਜ਼ਰੂਰ ਹੈ ਸੱਜਣਾ ਤੇਰੀਆਂ ਕੱਚੀਆਂ ਵੀ ਪੱਕੀਆਂ ਦੇ ਪਾ ਵਿਕ ਜਾਣਗੀਆਂ। ਇਹ ਜ਼ਰੂਰ ਹੋਵੇਗਾ, ਰਹਿਣਗੀਆਂ ਤੇ ਕੱਚੀਆਂ ਹੀ। ਉਹ ਸਿੱਖ ਦੇ ਬੋਲ ਨੇ, ਉਹ ਕਮਾਈ ਵਾਲਾ ਸੀ, ਬੰਦਗੀ ਵਾਲਾ ਸੀ। ਹਜ਼ੂਰ ਕਹਿਣ ਲੱਗੇ ਹਾਂ ਰਹਿਣਗੀਆਂ ਤੇ ਕੱਚੀਆਂ, ਪਰ ਨੁਕਸਾਨ ਤੇਰਾ ਵੀ ਨਹੀਂ ਹੋਵੇਗਾ, ਤੇਰੀਆਂ ਕੱਚੀਆਂ ਪੱਕਿਆਂ ਦੇ ਭਾਅ ਵਿਕ ਜਾਵਣਗੀਆਂ ਜੀ। ਰਹਿਣੇ ਉਤਰਹਿ ਅਰ ਨਫਾ ਸੋ ਪਾਵੈ, ਸਿੱਖਨ ਸੇਵੋ ਸੁਖੀ ਰਹਾਵੈ। ਜੋ ਤੂੰ ਕਹਿ ਰਿਹਾ ਏ ਕਿ ਮੇਰੇ ਸਿਰ ਤੇ ਕਰਜ਼ਾ ਬੜਾ, ਮੈਂ ਉਧਾਰ ਬੜਾ ਲਿਆ, ਮੇਰਾ ਕੀ ਬਣੇਗਾ? ਸਤਿਗੁਰ ਕਹਿੰਦੇ ਗੁਰੂ ਨਾਨਕ ਮਿਹਰ ਕਰੇਗਾ, ਤੇਰਾ ਸਾਰਾ ਕਰਜ਼ਾ ਉਤਰ ਜਾਏਗਾ। ਇਕੱਲਾ ਕਰਜ਼ਾ ਹੀ ਨਹੀਂ ਉਤਰੇਗਾ ਭਾਈ ਬੁੱਧੂ, ਤੈਨੂੰ ਬਹੁਤ ਨਫਾ ਹੋਵੇਗਾ, ਤੈਨੂੰ ਬਹੁਤ ਲਾਹਾ ਮਿਲੇਗਾ। ਤੂੰ ਵੀ ਗੁਰੂ ਕਾ ਸਿੱਖ ਹੈ, ਸੰਗਤਾਂ ਦੀ ਸੇਵਾ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਚਿੰਤਾ ਨਾ ਕਰ, ਲਾਭ ਮਿਲੈ ਤੋਟਾ ਹਿਰੈ, ਹਰ ਦਰਗਾਹ ਪਤਵੰਤ। ਕਹਿੰਦੇ ਤੈਨੂੰ ਲਾਭ ਮਿਲੇਗਾ, ਤੇਰੀਆਂ ਸਾਰੀਆਂ ਤੋਟਾ, ਤੇਰੀ ਕਮੀ, ਤੇਰਾ ਘਾਟਾ ਸਾਰਾ ਉਹ ਪੂਰਾ ਹੋ ਜਾਵੇਗਾ ਜੀ। ਬਚਨ ਕਹਾਏ ਬੰਧਨ ਕਰ ਗਇਓ, ਈਟਹਿ ਜਾਏ ਨਿਕਾਸਤ ਭਇਓ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਕੋਲੋਂ ਇਹ ਅਸੀਸਾਂ ਲੈ ਕੇ, ਬਖਸ਼ੀਸਾਂ ਲੈ ਕੇ ਸਾਹਿਬ ਦੇ ਚਰਨਾਂ 'ਚ ਬੰਦਨਾ ਕੀਤੀ ਹੈ, ਮੱਥਾ ਟੇਕੇ ਇਹ ਚਲਿਆ ਗਿਆ। ਫਿਰ ਲਾਹੌਰ ਜਾ ਕੇ ਇਹਨੇ ਆਪਣੇ ਆਵੇ ਜਿਹੜੇ ਉਹ ਖੋਲੇ ਨੇ, ਇੱਟਾਂ ਬਾਹਰ ਕੱਢੀਆਂ ਹਨ ਜੀ। ਸਭ ਪਹਿਲਰੀ ਹੇਰਤ ਪਛਤਾਵਤ, ਗੁਰ ਬਚਨ ਸਿਮਰਤ ਧੀਰਜ ਪਾਵਤ। ਜਿਸ ਵੇਲੇ ਤੇ ਇੱਟਾਂ ਬਾਹਰ ਕੱਢਦਾ ਉਹਨਾਂ ਇੱਟਾਂ ਦਾ ਰੰਗ ਦੇਖਦਾ ਪੀਲਾ, ਜਦੋਂ ਵੇਖਦਾ ਕਿ ਇਹ ਪੱਕੀਆਂ ਹੀ ਨਹੀਂ ਰਹਿ ਗਈਆਂ, ਕੱਚੀਆਂ, ਉਦੋਂ ਪਛਤਾਉਂਦਾ ਵੀ ਇਹ ਪਿੱਲੀਆਂ ਨੇ, ਉਦੋਂ ਪਛਤਾਉਂਦਾ ਇਹ ਕੀ ਬਣਿਆ। ਪਰ ਫਿਰ ਗੁਰੂ ਕੇ ਬਚਨਾਂ ਨੂੰ ਚੇਤੇ ਕਰਦਾ, ਕਹਿੰਦਾ ਨਹੀਂ ਇਹ ਮੇਰੀਆਂ ਕੱਚੀਆਂ ਪੱਕੀਆਂ ਦੇ ਭਾਅ ਵਿਕ ਜਾਣੀਆਂ ਨੇ। ਫਿਰ ਧੀਰਜ ਆ ਜਾਂਦਾ, ਫਿਰ ਹੌਸਲਾ ਆ ਜਾਂਦਾ। ਇੱਟਾਂ ਨੂੰ ਦੇਖਦਾ ਤੇ ਅੰਦਰ ਪਛਤਾਵਾ ਹੁੰਦਾ, ਪਰ ਗੁਰੂ ਕੇ ਬਚਨ ਚੇਤੇ ਆਉਂਦੇ ਨੇ, ਫਿਰ ਅੰਦਰ ਚੜ੍ਹਦੀ ਕਲਾ ਆ ਜਾਂਦੀ ਹੈ ਜੀ। ਲੱਗੀ ਝੜੀ ਬਰਖਾ ਬਹੁ ਹੋਈ, ਅਪਰ ਪਚਾਵਾ ਭਇਓ ਨਾ ਕੋਈ। ਭਾਈ ਸਾਹਿਬ ਜੀ ਲਿਖਦੇ ਨੇ ਫਿਰ ਸਬੱਬ ਏਦਾਂ ਦਾ ਬਣਿਆ ਜੀ, ਕੁਦਰਤ ਦੀ ਕਲਾ ਏਦਾਂ ਦੀ ਵਰਤੀ, ਬਰਸਾਤ ਬਹੁਤ ਹੋ ਗਈ ਜੀ ਉਹਨਾਂ ਦਿਨਾਂ 'ਚ, ਝੜੀਆਂ ਲੱਗ ਗਈਆਂ, ਮੀਂਹ ਬਹੁਤ ਪਿਆ ਹੈ ਜੀ। ਅਪਰ ਪਚਾਵਾ ਭਇਓ ਨਾ ਕੋਈ। ਹੋਰ ਜਿਹੜੇ ਪਚਾਵੇ ਸਨ, ਆਵੇ ਸਨ, ਉਹ ਤਿਆਰ ਹੀ ਨਾ ਹੋਏ ਜੀ ਕਿਸੇ ਦੇ। ਇਹ ਤੇ ਹੈ ਨਹੀਂ ਕਿ ਭਾਈ ਬੁੱਧੂ ਜੀ ਇਕੱਲੇ ਉਹਨਾਂ ਦੇ ਪੱਠੇ ਚੱਲਦੇ ਸਨ, ਹੋਰ ਵੀ ਜਿਹੜੇ ਪੱਠੇ ਸਨ, ਪਰ ਉਹ ਜਿਹੜੇ ਪੱਠੇ ਵਾਲੇ ਸਨ ਮੀਂਹ ਜ਼ਿਆਦਾ ਪੈਣ ਕਰਕੇ, ਝੜੀਆਂ ਲੱਗਣ ਕਰਕੇ ਉਹਨਾਂ ਦੇ ਜਿਹੜੇ ਆਵੇ ਉਹ ਤਾਏ ਨਾ ਗਏ, ਪਕਾਏ ਨਹੀਂ ਗਏ ਹਨ ਜੀ। ਨੀਮ ਦੁਰਗ ਕੀ ਭਰਣੀ ਤਬੈ, ਨਰ ਪਤ ਸਾਹੀ ਖੋਜਤ ਸਬੈ। ਉਸ ਸਮੇਂ ਪਿਆਰਿਓ ਫਿਰ ਇੱਕ ਬਹੁਤ ਵੱਡਾ ਕਿਲਾ ਸੀ ਬਾਦਸ਼ਾਹ ਦਾ, ਉਹਦੀਆਂ ਨੀਹਾਂ ਭਰੀਆਂ ਜਾਣੀਆਂ ਸਨ। ਮੀਂਹ ਪੈ ਗਿਆ, ਨੀਹਾਂ ਭਰੀਆਂ ਜਾਣੀਆਂ ਨੇ, ਪਰ ਕਿਧਰੋਂ ਇੱਟਾਂ ਨਹੀਂ ਮਿਲਦੀਆਂ। ਨੀਹਾਂ ਦੀ ਖੁਦਾਈ ਹੋ ਚੁੱਕੀ ਹੈ, ਬਰਸਾਤ ਹਟ ਗਈ, ਪਰ ਇੱਟਾਂ ਲਗਾਉਣੀਆਂ ਨੇ। ਹੁਣ ਇੱਟਾਂ ਕਿਧਰ ਮਿਲੀਆਂ ਹੀ ਨਾ, ਕਿਉਂਕਿ ਤਿਆਰ ਹੀ ਨਹੀਂ ਹੋਈਆਂ ਕਿਸੇ ਵੀ ਪੱਠੇ ਤੇ। ਨਰਪਤ ਸ਼ਾਹੀ ਖੋਜ ਸਬੈ, ਤੇ ਜਿਹੜੇ ਪਿਆਰਿਓ ਰਾਜੇ ਦੇ, ਬਾਦਸ਼ਾਹ ਦੇ ਕਰਿੰਦੇ ਨੇ, ਜਿਹੜੇ ਉਹਦੇ ਕਰਮਚਾਰੀ ਨੇ,
ਉਹ ਚਾਰੇ ਲੱਭਦੇ ਫਿਰਦੇ ਨੇ, ਕਦੇ ਉਸ ਭੱਠੇ ਤੇ ਜਾਂਦੇ, ਕਦੇ ਉਹ ਭੱਠੇ ਤੇ ਜਾਂਦੇ ਨੇ, ਪਿਓ ਤੇ ਇੱਟਾਂ ਮਿਲ ਜਾਣ, ਉੱਥੇ ਮਿਲ ਜਾਣ, ਪਰ ਕਿਧਰੋਂ ਪ੍ਰਾਪਤ ਨਹੀਂ ਹੋਈਆਂ ਹਨ ਜੀ। ਨਹੀਂ ਈਟ ਕਾਂ ਪ੍ਰਾਪਤ ਤਿਨ ਕੋ, ਕਾਰਜ ਬਣਿਓ ਜ਼ਰੂਰੀ ਜਿਨ ਕੋ। ਹੁਣ ਕਾਰਜ ਵੀ ਉਹ ਜ਼ਰੂਰੀ ਕਰਨਾ ਸੀ, ਲੋੜ ਹੈ ਜ਼ਰੂਰੀ ਉਹ ਤਿਆਰ ਕਰਨਾ ਪੈਣਾ, ਨੀਆਂ ਭਰਨੀਆਂ ਪੈਣੀਆਂ, ਕਿਲੇ ਦੀ ਉਸਾਰੀ ਕਰਨੀ ਹੈ। ਖੋਜਿਆ ਉਹਨਾਂ ਬੜਿਆ, ਲੱਭਾ ਉਹਨਾਂ ਨੇ ਬਹੁਤ, ਪਰ ਕਿਧਰੋਂ ਗੱਲ ਨਹੀਂ ਬਣੀ ਹੈ ਜੀ। ਸੁਧ ਕੋ ਸੁਣ ਬੁੱਧੂ ਬੁਲਵਾਏਵ, ਮੋਲ ਈਟ ਕਾਂ ਕੇਰ ਬੁਲਾ ਬਣਾਏਵ। ਉਹਨਾਂ ਨੂੰ ਫਿਰ ਕਿਸੇ ਨੇ ਆਖਿਆ ਵੀ ਜੇ ਤੁਹਾਡਾ ਕਾਰਜ ਬਣ ਸਕਦਾ ਹੈ ਤੇ ਕੇਵਲ ਭਾਈ ਬੁੱਧੂ ਜੀ ਕੋਲੋਂ ਬਣ ਸਕਦਾ ਜੀ। ਇਹ ਤੁਹਾਨੂੰ ਨਾ ਪੱਕੀਆਂ ਨਾ ਕੱਚੀਆਂ ਕਿਧਰੋਂ ਵੀ ਨਹੀਂ ਜੇ ਮਿਲਣੀਆਂ, ਇਹ ਜੇ ਇੱਟਾਂ ਮਿਲਣੀਆਂ ਤੇ ਭਾਈ ਬੁੱਧੂ ਜੀ ਕੋਲੋਂ ਮਿਲਣਗੀਆਂ। ਤੁਸੀਂ ਉਹਨੇ ਨਾਲ ਗੱਲਬਾਤ ਕਰੋ, ਉਹਦੇ ਕੋਲ ਚਲੇ ਜਾਓ, ਉਹਨੂੰ ਜਾ ਕੇ ਮਿਲੋ। ਪਿਆਰਿਓ ਫਿਰ ਭਾਈ ਬੁੱਧੂ ਜੀ ਨੂੰ ਉਹਨਾਂ ਨੇ ਬੁਲਾਇਆ, ਉਹਨਾਂ ਨੂੰ ਉਹ ਮਿਲੇ ਤੇ ਮੋਲ ਈਟਕਾਂ ਕੇਰ ਬਣਾਇਵ, ਤੇ ਫਿਰ ਭਾਅ ਤੈਅ ਹੋਇਆ ਜੀ, ਇੱਟਾਂ ਦਾ ਮੁੱਲ ਤੈਅ ਹੋਇਆ। ਆਪਾਂ ਇੰਡੀਆ ਜਾਂਦੇ ਆ ਨਾ, ਇੱਟਾਂ ਲੈਣ ਭੱਠੀ ਵਾਲੇ ਨੂੰ ਵੀ ਇਹ 1000 ਕਿੰਨੇ ਦੀ ਹੈ, ਉਹ ਕਹਿੰਦਾ ਜੀ ਇੰਨੇ ਦੀ 1000, ਅਸੀਂ ਕੁਝ ਘੱਟ ਕਰ ਚੱਲਦੇ, ਮੋਲ ਤੋਲ ਚੱਲਦਾ ਹੀ ਹੈ। ਭਾਈ ਬੁੱਧੂ ਜੀ ਦੇ ਨਾਲ ਹੁਣ ਇੱਟਾਂ ਦੀ ਕੀਮਤ ਮੋਲ ਤੋਲ ਹੋਣ ਲੱਗ ਪਿਆ ਹੈ ਜੀ। ਜਿਮ ਪਾਕੀ ਤਿਮ ਕਾਚੀ ਦੇਵੋ, ਬਾੜ ਘਾਟ ਆਪਰਨ ਕੁਛ ਲੇਵੋ। ਪਿਆਰਿਓ ਉਸ ਵੇਲੇ ਭਾਈ ਪਰ ਬੁੱਧੂ ਜੀ ਨੇ ਕਹਾ ਇੱਟਾਂ ਤੇ ਮੈਂ ਦੇ ਦਿਆਂਗਾ, ਪਰ ਜੋ ਪੱਕੀਆਂ ਦਾ ਭਾਅ ਨਾ ਹੁਣ ਕੱਚੀਆਂ ਦਾ ਤੁਹਾਨੂੰ ਦੇਣਾ ਪੈਣਾ ਜੀ, ਇਹ ਕੱਚੀਆਂ ਦਾ ਦੇਣਾ ਪੈਣਾ। ਜੇ ਪਿਆਰਿਓ ਪੱਕੀ ਇੱਟ ਕੇਵਲ ਸਮਝਣ ਦੇ ਲਈ, ਜੇ ਪੱਕੀ ਇੱਟ ਭਾਈ ਬੁੱਧੂ ਜੀ ਕਹਿਣ ਲੱਗੇ ਕਿ ਇਹ 2 ਰੁਪਏ ਦੀ ਹੈ, ਤਾਂ ਹੁਣ ਕੱਚੀ ਵੀ ਤੁਹਾਨੂੰ 2 ਰੁਪਏ ਦੀ ਲੈਣੀ ਪੈਣੀ ਹੈ, ਇਹ ਤਾਂ ਮਿਲਣੀ ਹੈ। ਔਰ ਇਹਦੇ ਨਾਲ ਹੋਰ ਵੀ ਕੋਈ ਵਾਧਾ ਘੱਟ ਜਿਹੜਾ ਖਰਚਾ, ਕਿਉਂਕਿ ਅਸੀਂ ਹੁਣ ਇੱਟਾਂ ਲੈਣ ਜਾਈਦਾ ਨਾ, ਉਹਨੂੰ ਕਹਿੰਦੇ ਭੇਜ ਦਿਓ, ਤੇ ਤੁਸੀਂ ਲਦਾ ਕੇ ਭੇਜ ਦਿਓ ਟਰਾਲੀ ਤੇ ਜਿਵੇਂ ਮਰਜੀ। ਉਹ ਕਹਿੰਦੇ ਫਿਰ ਇਹਦਾ ਕਿਰਾਇਆ ਲੱਗੇ, ਦਾ ਖਰਚਾ ਹੋਰ ਲੱਗਣਾ ਜੇ ਵਾਧੂ। ਅਸੀਂ ਕਹਿੰਦੇ ਕੋਈ ਨਹੀਂ, ਦੇ ਦਿਆਂਗੇ, ਪਰ ਇੱਟਾਂ ਭੇਜ ਦਿਓ ਆਪਣੇ ਸਾਧਨ ਤੇ। ਭਾਈ ਬੁੱਧੂ ਕਹਿੰਦਾ ਇੱਟਾਂ ਪਹੁੰਚ ਜਾਣਗੀਆਂ, ਪਰ ਇਹ ਜਿਹੜੀਆਂ ਕੱਚੀਆਂ ਨੇ, ਇੱਕ ਤਾਂ ਇਹਦਾ ਭਾਅ ਲੱਗੇਗਾ ਪੱਕੀਆਂ ਵਾਲਾ, ਤੇ ਜੇ ਤੁਸੀਂ ਕਿਨੇ ਪਹੁੰਚਾ ਦਿਆਂ ਤੇ ਫਿਰ ਉਹਦਾ ਵੀ ਖਰਚਾ ਲੱਗੇਗਾ ਜੀ। ਦੁਰਗ ਨੀਮ ਬਿਗਰਹਿ ਨਹਿ ਕੈਸੇ, ਦਿਓ ਦਰਬ ਬੁੱਧੂ ਕਰ ਜੈਸੇ। ਹੁਣ ਜਿਹੜੇ ਆਏ ਸਨ ਕਰਮਚਾਰੀ, ਉਹਨਾਂ ਵੀ ਆਖਿਆ ਵੀ ਹੁਣ ਲੋੜ ਹੈ, ਜ਼ਰੂਰਤ ਹੈ, ਇਸ ਕਰਕੇ ਆਪਾਂ ਲੈ ਜਾਈਏ, ਕਿਉਂ ਕਿਲੇ ਦੀਆਂ ਇੱਟਾਂ ਜਿਹੜੀਆਂ ਵਾਹਿਗੁਰੂ ਨੀਆਂ ਉਹ ਭਰਨੀਆਂ ਵੀ ਜ਼ਰੂਰ ਨੇ। ਤੇ ਬੁੱਧੂ ਜੀ ਕਹਿੰਦੇ ਨੇ ਹਾਂ, ਜੇਕਰ ਇਹ ਇੱਟਾਂ ਕੱਚੀਆਂ ਮੈਂ ਪੱਕਿਆਂ ਦੇ ਪਾ ਦੇਣ ਲੱਗਿਆ ਵਾਂ, ਤੇ ਸੱਚ ਕਰਕੇ ਜਾਣਿਓ, ਯਕੀਨ ਕਰਿਓ, ਇਹ ਕੱਚੀਆਂ ਵੀ ਪੱਕੀਆਂ ਦੇ ਨਾਲੋਂ ਜ਼ਿਆਦਾ ਮਜ਼ਬੂਤ ਹੋਣਗੀਆਂ। ਇਹ ਵੀ ਗੱਲ ਨਾਲ ਹੈ। ਕਹਿੰਦਾ ਤੁਸੀਂ ਇਹਨੂੰ ਪਿਲੀਆਂ ਨਾ ਦੇਖੋ, ਸ਼ਾਇਦ ਉਹਨੀਆਂ ਪੱਕੀਆਂ ਦੀ ਮਜ਼ਬੂਤੀ ਨਹੀਂ ਹੋਏਗੀ ਜਿੰਨੀਆਂ ਮੇਰੀਆਂ ਕੱਚੀਆਂ ਇੱਟਾਂ ਦੀ ਮਜ਼ਬੂਤੀ ਹੋਏਗੀ, ਕਿਉਂਕਿ ਇਹ ਤੇ ਗੁਰੂ ਦੀ ਨਜ਼ਰ ਪੈ ਗਈ ਹੈ, ਇਹ ਗੁਰੂ ਮੇਰੇ ਦੀ ਕਿਰਪਾ ਹੋ ਗਈ ਹੈ। ਇਸ ਕਰਕੇ ਪਿਆਰਿਓ ਉਹਦੇ ਨਾਲ ਗੱਲਬਾਤ ਹੋ, ਕਹਿੰਦੇ ਠੀਕ ਹੈ, ਅਸੀਂ ਇੱਟਾਂ ਲੈਣ ਨੂੰ ਤਿਆਰ ਹਾਂ ਜੀ। ਮੂਲ ਨਫਾ ਸੋ ਪਰਿਓ ਸੋ ਪਾਲੇ, ਗੁਰ ਮਹਿਮਾ ਕੋ ਲਖਿਓ ਵਿਸਾਲੇ। ਹੁਣ ਜਿੰਨਾ ਤੇ ਇਹਨੇ ਆਪਣੇ ਕੋਲੋਂ ਮੂਲ ਲਗਾਇਆ ਸੀ ਨਾ ਧਨ, ਸਾਰਾ ਇਹਦਾ ਵਾਪਸ ਮੁੜ ਗਿਆ ਜੀ। ਜਿੰਨਾ ਉਧਾਰਾ ਚੱਕਿਆ ਸੀ ਉਹ ਵੀ ਆ ਗਿਆ। ਇਸ ਤੋਂ ਇਲਾਵਾ ਭਾਈ ਬੁੱਧੂ ਨੂੰ ਪਰ ਬਹੁਤ ਨਫਾ ਵੀ ਹੋਇਆ, ਬਹੁਤ ਇਹਨੂੰ ਲਾਭ ਮਿਲਿਆ ਏ। ਬਸ ਗੁਰੂ ਕੀ ਮਹਿਮਾ, गुरु की वडियाई इसने जान लई है जी। सिख को बाक ना गुरु मटायो, अपनो कहो प्रथम ने फलायो। धन गुरु अर्जुन देव महाराज जी की महिमा, सतगुरु जी की निर्माणता भी समझी कि मेरा गुरु किन्ना दयालु है, किन्ना कृपालु है कि सिख दे कहे हुए बचन भी रख ले, ओदे बचन भी नहीं टाले। गुरु के सिख दे बचनां नूं भी नहीं मिटाया, ते अपने बचन भी जेड़े सन वो भी पूरे कर ही दिते ने कि जड़ियां ने मेरियां कच्चियां पक्कियां दे भाव विका दित्तियां हन जी। बाकी के मुल काच बिकाई, सुन कै गुर सिखन समुदाई। प्यारे ये सतगुरु दी मेहर है, ये गुरु दी दया है। जिदा गुरु कृपा करदा है ना, ते साहिब दी बाणी कहंदी है पुष्ट बाते भई सीधरी, दूत दुष्ट सजनई, जो कृपा गोबिंद भाई। जदों गुरु कृपा करदा फिर प्यारे पुठियां भी सीधियां हो जांदियां। जे गुरु मेहर करे, गुरु नजर इनायत कर दे। प्यारे सिखां ने सुनिया
ਜਿਸ ਵੇਲੇ ਇਹ ਸਭ ਕੁਝ ਤੇ ਧੰਨ ਗੁਰੂ ਅਰਜੁਨ ਦੇਵ, ਧੰਨ ਗੁਰ ਅਰਜੁਨ ਦੇਵ ਗੁਰੂ ਕੀ ਮਹਿਮਾ, ਗੁਰੂ ਕੀ ਵਡਿਆਈ ਸਾਰੇ ਕਰਦੇ ਹਨ ਜੀ। ਅਧਿਆਇ ਸਮਾਪਤ। ਦੋਹਰਾ ਨਗਰ ਬਠਿੰਡੇ ਮਹਿ ਬਸੈ, ਇੱਕ ਜਿਜ ਗੰਗਾ ਰਾਮ, ਲਾਦ ਅੰਨ ਬਹੁ ਬਾਜਰਾ, ਆਏ ਬਣਜ ਕੇ ਕਾਮ। ਅੱਗੇ ਫਿਰ ਭਾਈ ਸਾਹਿਬ ਜੀ ਹੁਣ ਦੂਸਰਾ ਅਧਿਆਇ ਪ੍ਰਸੰਗ ਲਿਖਦੇ ਨੇ। ਇਹ ਸੀ ਭਾਈ ਬੁੱਧੂ, ਔਰ ਇਹਦੇ ਕੋਲੋਂ ਆਪ ਜੀ ਨੇ ਸੁਣਿਆ, ਪੜ੍ਹ ਕੇ ਸੁਣ ਕੇ ਜੀ ਬਹੁਤ ਕੁਝ ਪ੍ਰਾਪਤ ਹੋਇਆ। ਇਹ ਭਾਈ ਬੁੱਧੂ ਜੀ ਵਾਲੀ ਇਹ ਸਾਖੀ ਸੁਣ ਕੇ ਅਸਲ ਵਿੱਚ ਬੇਨਤੀ ਕਰਾਂ ਕਿ ਜੇ ਆਪਣੇ ਅੰਦਰ ਗੁਰੂ ਪ੍ਰਤੀ ਸ਼ਰਧਾ ਤੇ ਭਾਵਨਾ ਪੈਦਾ ਕਰਨੀ ਹੈ ਨਾ ਜੀ, ਤੇ ਫਿਰ ਇਹ ਜਿਹੜਾ ਇਤਿਹਾਸ ਪੜ੍ਹਨਾ ਤੇ ਸੁਣਨਾ ਬਹੁਤ ਜ਼ਰੂਰੀ ਹੈ। ਇਹਨੂੰ ਸੁਣ ਕੇ, ਇਹਨੂੰ ਪੜ੍ਹ ਕੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ, ਸ਼ਰਧਾ ਪੈਦਾ ਹੁੰਦੀ ਹੈ, ਭਾਵਨਾ ਬਣਦੀ ਹੈ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਨੇ, ਤਾਲ ਦੀ ਕਾਰ ਹੋ ਰਹੀ ਹੈ, ਨਗਰ ਬਠਿੰਡੇ ਮਹਿ ਬਸੈ, ਇੱਕ ਦਿਜ ਗੰਗਾ ਰਾਮ। ਬਠਿੰਡੇ ਨਗਰ ਦੇ ਵਿੱਚ ਪਿਆਰੋ ਇੱਕ ਗੰਗਾ ਰਾਮ ਨਾਮ ਦਾ ਦਿਵਜ ਰਹਿੰਦਾ ਹੈ, ਪੰਡਿਤ ਰਹਿੰਦਾ ਹੈ। ਤੇ ਉਹ ਕੀ ਕਰਦਾ ਹੈ ਕਿ ਫੇਰੀ ਲਗਾ ਕੇ ਹੈ ਧਨਾੜੇ, ਬਹੁਤ ਵੱਡਾ ਇਨਸਾਨ ਹੈ। ਔਰ ਕੀ ਕਰਦਾ, ਉਹਦੇ ਕੋਲ ਅਨਾਜ ਬਹੁਤ ਹੁੰਦਾ ਤੇ ਆਪਣਾ ਅਨਾਜ ਗੱਡਿਆਂ ਤੇ ਲੱਦ ਕੇ ਨਾ, ਤੇ ਫਿਰ ਉਹ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵੇਚਣ ਵਾਸਤੇ ਉਹ ਨਿਕਲਦਾ। ਇਸੇ ਤਰ੍ਹਾਂ ਉਹਨੇ ਕੀ ਕੀਤਾ, ਲਾਦ ਅੰਨ ਬਹੁ ਬਾਜਰਾ, ਬਹੁਤ ਸਾਰਾ ਅੰਨ, ਬਹੁਤ ਸਾਰਾ ਬਾਜਰਾ ਇਹ ਗੱਡਿਆਂ ਤੇ ਲੱਦ ਕੇ ਵਪਾਰ ਦਾ ਇਹ ਕੰਮ ਕਰਦਾ ਜੀ, ਉਹਨੂੰ ਵੇਚਦਾ ਹੈ ਜੀ। ਚਲਿਓ ਚਲਿਓ ਸਤ ਦਰਵ ਉਲਘਾਇਬ, ਪਾਰ ਬਪਾਸਾ ਤੇ ਉਤਰਾਇਬ। ਇਹ ਬਠਿੰਡੇ ਤੋਂ ਚੱਲਿਆ ਜੀ, ਸਾਰਾ ਅੰਨ ਬਾਜਰਾ ਗੱਡਿਆਂ ਤੇ ਲੱਦਿਆ ਹੋਇਆ, ਆਪ ਇਹ ਨਾਲ ਹੈ। ਤੇ ਚਲਦਿਆਂ ਚਲਦਿਆਂ ਇਹਨੇ ਸਤਲੁਜ ਦਰਿਆ ਪਾਰ ਕੀਤਾ, ਸਤਲੁਜ ਦਰਿਆ ਨੂੰ ਲੰਘਿਆ, ਫਿਰ ਅੱਗੇ ਬਿਆਸਾ ਆਇਆ ਜੀ। ਇਹਨੇ ਬਿਆਸਾ ਵਿੱਚ ਨਾ ਪਾਰ ਵਿਪਾਸਾ ਤੇ ਉਤਰਾਇਬ, ਪਿਆਰ ਇਹਨੇ ਫਿਰ ਬਿਆਸਾ ਦੇ ਉਰਲੇ ਪਾਸੇ ਮਾਝੇ ਵਾਲੇ ਪਾਸੇ ਇਹਨੇ ਫਿਰ ਉੱਥੇ ਆਪਣਾ ਥੋੜਾ ਉਤਾਰਾ ਕੀਤਾ, ਉੱਥੇ ਕੁਝ ਸਮੇਂ ਲਈ ਟਿਕਿਆ ਹੈ ਜੀ। ਮਾਝੇ ਮਹਿ ਬੂਝੋ ਤਬ ਜਾਏ, ਅੰਨ ਬਾਜਰਾ ਕਹਾਂ ਬਿਕਾਏ। ਕਿਉਂਕਿ ਸਤਲੁਜ ਦਰਿਆ ਤੋਂ ਲੁਧਿਆਣੇ ਵਾਲੇ ਪਾਸੇ ਨੂੰ ਇਹ ਸਾਰਾ ਮਾਲਵਾ ਪੈ ਜਾਂਦਾ ਜੀ, ਔਰ ਸਤਲੁਜ ਤੇ ਬਿਆਸਾ ਦੇ ਵਿਚਕਾਰ ਦਾ ਇਲਾਕਾ ਉਹ ਦੁਆਬਾ ਪੈ ਜਾਂਦਾ ਹੈ, ਉਹਦੇ ਜਲੰਧਰ ਆ ਜਾਂਦਾ, ਹੁਸ਼ਿਆਰਪੁਰ ਆ ਜਾਂਦਾ, ਨਵਾਂ ਸ਼ਹਿਰ ਜਾਂ ਕੁਝ ਹੋਰ ਇਲਾਕਾ ਪਿਆਰ ਉਹ ਕਪੂਰਥਲਾ, ਇਹ ਸਾਰੇ ਫਿਰ ਦੁਆਬੇ ਚ ਆ ਜਾਂਦੇ। ਜੋ ਦੋਨਾਂ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਉਹ ਦੁਆਬਾ, ਜਿਹੜਾ ਲੁਧਿਆਣੇ ਵਾਲੇ ਪਾਸੇ ਇਲਾਕਾ ਸਾਰਾ ਸਤਲੁਜ ਹੋਰੇ ਉਹਨੂੰ ਮਾਲਵਾ ਹੀ ਕਹਿੰਦੇ ਨੇ। ਤੇ ਪੁਰਾਤਨ ਸਿੱਖ ਨੂੰ ਜੰਗਲ ਦੇਸ਼ ਵੀ ਕਹਿੰਦੇ, ਜੰਗਲ ਦੇਸ਼ ਇਹ ਵੀ ਕਿਹਾ ਜਾਂਦਾ ਸੀ, ਜੰਗਲ ਦੇਸ਼। ਤੇ ਫਿਰ ਰਾਵੀਓਂ ਪਰੇ ਨੂੰ ਵਾਹਿਗੁਰੂ ਬਿਆਸਾ ਤੋਂ ਪਰੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਇਹ ਫਿਰ ਸਾਰਾ ਮਾਝਾ ਪੈ ਜਾਂਦਾ ਜੀ, ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ, ਉਹ ਜਿੰਨਾ ਪਰ ਬਾਰਡਰ ਦੀ ਪੱਟੀ ਹੈ ਨਾ ਉਹ ਸਾਰੀ ਮਾਝਾ ਪੈ ਜਾਂਦਾ, ਮਾਝਾ। ਹੁਣ ਇਹ ਮਾਝੇ ਦੇ ਇਲਾਕੇ 'ਚ ਪ੍ਰਵੇਸ਼ ਕੀਤਾ, ਫਿਰ ਉੱਥੇ ਜਾ ਕੇ ਪੁੱਛਦਾ ਏ ਕਿ ਮੈਂ ਬਾਜਰਾ ਲੈ ਕੇ ਆਇਆ ਵਾਂ, ਤੇ ਇਹ ਮੇਰਾ ਬਾਜਰਾ ਇਹ ਕਿੱਥੇ ਵਿਕੇਗਾ, ਇੱਥੇ ਕੋਈ ਖਰੀਦਦਾਰ ਹੈ, ਮੈਂ ਇਹਦਾ ਵਪਾਰ ਕਰਨ ਵਾਸਤੇ ਆਇਆ ਹਾਂ ਜੀ। ਜਿਸ ਥਲ ਛਿਪਰ ਲੇਹ ਕੋ ਮਲ, ਦੇ ਕਰੂੰ ਹਟੋਂ ਸਗਲ ਹੀ ਤੋਲ। ਪੁੱਛਦਾ ਵੀ ਇੱਥੇ ਕੋਈ ਅਨਾਜ ਮੰਡੀ ਹੈ ਵੀ ਜਿੱਥੇ ਅਨਾਜ ਵੇਚਿਆ ਜਾਂਦਾ, ਅਨਾਜ ਖਰੀਦਿਆ ਜਾਂਦਾ। ਮੈਂ ਇੱਕੋ ਥਾਂ ਤੇ ਜਾਵਾਂ ਕਿ ਜਿੱਥੇ ਇੱਕੋ ਵਾਰੀ ਮੇਰਾ ਸਾਰਾ ਅਨਾਜ ਵਿਕ ਜਾਏ, ਤੇ ਮੈਨੂੰ ਇਹ ਗੱਡੇ ਲੈ ਕੇ ਇਧਰ ਉਧਰ ਨਾ ਜਾਣਾ ਪਏ, ਮੇਰਾ ਮਾਲ ਇੱਕੋ ਥਾਂ ਸਾਰਾ ਕੋਈ ਲੈ ਲਏ। ਇਹ ਸੋਚ ਹੈ। ਦੇ ਕਰ ਹਟੋਂ ਸਕਲ ਹੀ ਤੋਲ, ਕਿਸੇ ਨੂੰ ਪੁੱਛਦਾ ਵੀ ਚੱਲ ਮੈਂ ਇੱਕੋ ਥਾਂ ਇੱਕੋ ਜਗ੍ਹਾ ਹੀ ਆਪਣਾ ਸਾਰਾ ਅਨਾਜ ਵੇਚ ਕੇ ਤੇ ਵਾਪਸ ਚਲਿਆ ਜਾਵਾਂ ਜੀ। ਤਬ ਲੋਕਨ ਤਿਹ ਕਹਿਓ ਸੁਨਾਏ, ਸ੍ਰੀ ਗੁਰ ਅਰਜਨ ਤਾਲ ਲਵਾਏ। ਜਿਨ੍ਹਾਂ ਨੂੰ ਪੁੱਛਿਆ ਹੈ ਉਹਨਾਂ ਫਿਰ ਦੱਸਿਆ, ਕਹਿਣ ਲੱਗੇ ਹਾਂ ਇੱਕ ਥਾਂ ਹੈ ਕਿ ਜਿੱਥੇ ਤੇਰਾ ਸਾਰਾ ਅੰਨ, ਤੇਰਾ ਸਾਰਾ ਬਾਜਰਾ ਵਿਕ ਜਾਏਗਾ, ਤੈਨੂੰ ਫਿਰ ਕਿਧਰੇ ਹੋਰ ਜਾਣ ਦੀ ਲੋੜ ਨਹੀਂ, ਜ਼ਰੂਰਤ ਹੀ ਨਹੀਂ ਪੈਣੀ, ਤੇਰਾ ਸਾਰਾ ਇੱਕੋ ਥਾਂ ਵਿਕ ਜਾਣਾ, ਤੇ ਵਿਕ ਵੀ ਬਹੁਤ ਜਲਦੀ ਜਾਣਾ ਹੈ। ਉਹ ਥਾਂ ਕਿਹੜੀ ਹੈ? ਦੱਸਣ ਵਾਲੇ ਕਹਿੰਦੇ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਚਲਿਆ ਜਾ। ਧੰਨ ਗੁਰ ਅਰਜੁਨ ਦੇਵ ਮਹਾਰਾਜ
ਸਤਿਗੁਰੂ ਜੀ ਉੱਥੇ ਤਾਲ ਦੀ ਸੇਵਾ ਕਰਵਾ ਰਹੇ ਨੇ, ਸਰੋਵਰ ਪੱਕਾ ਹੋ ਰਿਹਾ ਏ, ਉੱਥੇ ਤੇਰੀ ਇਹ ਗੱਲ ਬਣ ਜਾਵੇਗੀ ਜੀ। ਪਹਾਂ ਅੰਨ ਕੋ ਖਰਚ ਕਨੇਰੋ, ਸਿੱਖ ਸੰਗਤ ਕੇ ਬ੍ਰਿੰਦ ਬਡੇਰੋ। ਕਿਉਂਕਿ ਉੱਥੇ ਸੇਵਾ ਕਰਨ ਦੇ ਲਈ ਬਹੁਤ ਸੰਗਤਾਂ ਆ ਰਹੀਆਂ ਨੇ, ਬੜੇ ਸਿੱਖ ਆ ਰਹੇ ਨੇ, ਬਹੁਤ ਭਾਰੀ ਇਕੱਠ ਹੋ ਰਿਹਾ ਤੇ ਗੁਰੂ ਕੇ ਲੰਗਰ 'ਚ ਅਨਾਜ ਬਹੁਤ ਲੱਗ ਰਿਹਾ ਹੈ, ਸੰਗਤਾਂ ਬਹੁਤ ਆ ਰਹੀਆਂ ਨੇ, ਇਸ ਕਰਕੇ ਗੁਰੂ ਘਰ ਲੰਗਰ ਬਹੁਤ ਪੱਕਦਾ, ਬੜਾ ਬਣਦਾ। ਉੱਥੇ ਜ਼ਰੂਰਤ ਹੈ, ਉੱਥੇ ਤੇਰਾ ਅੰਨ ਇਹ ਵਿਕ ਜਾਵੇਗਾ ਜੀ। ਅਨਕ ਮਜ਼ਦੂਰ ਕਾਰ ਕੋ ਕਰੈ, ਨਿਸ ਬਾਸੁਰ ਤਿਸ ਹੀ ਥਲ ਥਿਰੈ। ਉੱਥੇ ਇਕੱਲਾ ਸਿੱਖ ਤੇ ਸੰਗਤਾਂ ਹੀ ਨਹੀਂ, ਉੱਥੇ ਬਹੁਤ ਸਾਰੇ ਮਜ਼ਦੂਰ ਵੀ ਲੱਗੇ ਹੋਏ ਨੇ ਤੇ ਜਿਹੜੇ ਦਿਨ ਰਾਤ ਉੱਥੇ ਹੀ ਰਹਿੰਦੇ ਨੇ। ਕਾਰ ਸੇਵਾ ਵੀ ਦਿਨ ਰਾਤ ਚੱਲ ਰਹੀ ਹੈ ਤੇ ਗੁਰੂ ਕਾ ਲੰਗਰ ਵੀ ਉੱਥੇ ਦਿਨ ਰਾਤ ਚੱਲ ਰਿਹਾ ਹੈ। ਇਸ ਕਰਕੇ ਆ ਗੱਡੇ ਤੂੰ ਉੱਥੇ ਲੈ ਜਾ, ਉੱਥੇ ਜਾਏਗਾ, ਉੱਥੇ ਲੰਗਰ ਵਿੱਚ ਲੋੜ ਪੈਣੀ ਹੈ, ਉੱਥੇ ਤੇਰਾ ਇਹ ਗੁਰੂ ਮਹਾਰਾਜ ਤੇਰੇ ਪਾਸੋਂ ਲੈ ਲੈਵਣਗੇ ਜੀ। ਕਹਾਂ ਪਹੁੰਚੇ ਗੋ ਜਿਸ ਬਾਰ, ਹੋਏ ਹੈ ਸਕਲ ਤੋਰ ਵਿਵਹਾਰ। ਜਿਸ ਵੇਲੇ ਤੂੰ ਉੱਥੇ ਪਹੁੰਚੇਗਾ, ਇੱਕੋ ਵਾਰੀ ਤੇਰੇ ਪਹੁੰਚਣ ਦੀ ਦੇਰ ਹੈ ਤੇ ਸਾਰੇ ਦਾ ਸਾਰਾ ਤੇਰਾ ਅੰਨ ਇੱਕ ਥਾਂ ਤੇ ਹੀ ਵਿਕ ਜਾਣਾ, ਉੱਥੇ ਤੇਰਾ ਸਾਰਾ ਵਪਾਰ ਹੋ ਜਾਣਾ, ਤੇਰਾ ਸੌਦਾ ਵਿਕ ਜਾਣਾ, ਰਕਮ ਤੈਨੂੰ ਮਿਲ ਜਾਣੀ ਹੈ, ਉਥੋਂ ਤੂੰ ਵਾਪਸ ਆਪਣੇ ਨਗਰ ਚਲਿਆ ਜਾਮੀ ਜੀ। ਲੈ ਕਰ ਦਰਬ ਤੁਰਤ ਕਰ ਜਾਏ ਹੈ, ਅਪਰ ਥਾਨ ਇਮ ਨਹੀਂ ਵਿਕੈ ਹੈ। ਕਹਿਣ ਲੱਗੇ ਫਿਰ ਹੋਰ ਥਾਂ ਤੇ ਕਿਧਰੇ ਨਹੀਂ ਵਿਕਣਾ ਏ, ਇੱਕ ਟਿਕਾਣਾ ਤੈਨੂੰ ਦੱਸਦਾ ਹੀ, ਉੱਥੇ ਚਲਿਆ ਜਾ, ਵਿਕ ਵੀ ਬਹੁਤ ਜਲਦੀ ਜਾਣਾ ਤੇ ਰਕਮ ਵੀ ਨਾਲ ਦੀ ਨਾਲ ਹੀ ਮਿਲ ਜਾਣੀ, ਉਹ ਤੇ ਉਧਾਰ ਵੀ ਕੋਈ ਨਹੀਂ। ਕਿਸੇ ਨੇ ਇਹ ਨਹੀਂ ਕਹਿਣਾ ਕਿ ਤੂੰ ਅੱਜ ਅਨਾਜ ਦੇ ਦੇ, ਤੈਨੂੰ 2 ਦਿਨ ਬਾਅਦ ਪੈਸੇ ਦੇ ਦਿਆਂਗੇ ਨਾ, ਐਸਾ ਵੀ ਨਹੀਂ। ਪਿਆਰਿਆ ਤੂੰ ਇਧਰੋਂ ਅਨਾਜ ਦੇਂਗਾ, ਉਧਰੋਂ ਗੁਰੂ ਅਰਜੁਨ ਦੇਵ ਮਹਾਰਾਜ ਤੇਰੀ ਮਿਹਨਤ ਜੋ ਤੇਰੀ ਕੀਮਤ ਹੈ ਉਹ ਦੇ ਦੇਣਗੇ, ਆਪਣੀ ਰਕਮ ਵਟ ਕੇ ਤੇ ਤੂੰ ਚਲੇ ਜਾਣਾ ਹੈ ਜੀ। ਸੁਣ ਲੋ ਕਣ ਤੇ ਚੌਂਪ ਵਿਸਾਲਾ, ਲਾਦ ਅੰਨ ਸਭ ਗੁਰ ਦੇਸ਼ ਚੱਲ। ਲੋਕਾਂ ਦੇ ਪਾਸੋਂ ਸੁਣ ਕੇ ਬੜਾ ਖੁਸ਼ ਹੋਇਆ, ਬਹੁਤ ਪ੍ਰਸੰਨ ਹੋਇਆ ਕਿ ਚਲੋ ਮੇਰਾ ਕਾਰਜ ਇੱਕੋ ਥਾਂ ਹੀ ਸਾਰਾ ਹੋ ਜਾਣਾ। ਇਹ ਫਿਰ ਪਿਆਰ ਸਾਰਾ ਅਨਾਜ, ਸਾਰਾ ਅੰਨ ਗੱਡਿਆਂ ਤੇ ਲੱਦਿਆ ਹੋਇਆ ਇਹ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਤੁਰ ਪੈਂਦਾ ਹੈ ਜੀ। ਸਨੈ ਸਨੈ ਪਹੁੰਚੋ ਤਹ ਜਾਏ, ਨਾਮ ਜੋ ਗੁਰ ਕੋ ਚੱਕ ਕਹਾਏ। ਪਿਆਰਿਓ ਸ੍ਰੀ ਅੰਮ੍ਰਿਤਸਰ ਵੀ ਨਾਮ ਹੈ, ਸਦਾਸਰ ਵੀ ਨਾਮ ਹੈ, ਰਾਮਦਾਸਪੁਰ ਵੀ ਨਾਮ ਹੈ, ਰਾਮ ਦਾ ਚੱਕ ਵੀ ਨਾਂ ਜਿਹੜਾ ਇਸੇ ਅੰਮ੍ਰਿਤਸਰ ਸਾਹਿਬ ਦਾ ਪਹਿਲਾਂ ਰਿਹਾ ਹੈ। ਰਾਮਦਾਸਪੁਰ, ਰਾਮ ਦਾ ਚੱਕ ਵੀ ਰਿਹਾ ਹੈ। ਇਸ ਕਰ ਕਵੀ ਜੀ ਕਹਿੰਦੇ ਨੇ, ਸਨੇ ਸਨੇ ਪਹੁੰਚਿਓ ਤਹ ਜਾਏ, ਨਾਮ ਜੋ ਗੁਰ ਕੋ ਚੱਕ ਕਹਾਏ। ਇਹ ਪਿਆਰਿਓ ਹੌਲੀ ਹੌਲੀ ਚੱਲਦਾ ਚੱਲਦਾ ਉਸ ਨਗਰ ਪਹੁੰਚ ਜਾਂਦਾ ਏ ਜਿਸ ਨੂੰ ਰਾਮ ਦਾ ਚੱਕ ਆਖਦੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਸੁਦਾਸਰ ਪਹੁੰਚ ਜਾਂਦਾ ਹੈ ਜੀ। ਆਪਨ ਅੰਨ ਸਭ ਜਾਏ ਉਤਾਰਾ, ਡੇਰਾ ਕਰ ਹਰਖਿਓ ਔਰ ਭਾਰ। ਇਹਨੇ ਫਿਰ ਉੱਥੇ ਜਾ ਕੇ ਜਿਤਨਾ ਅਨਾਜ ਬੋਰਿਆਂ ਵਿੱਚ ਪਾਇਆ ਹੋਇਆ ਸੀ ਉਹਦੀ ਧਾਕ ਲਗਾ ਦਿੱਤੀ ਜੀ। ਇੱਕ ਥਾਂ ਤੇ ਬੋਰੇ ਜਿਹੜੇ ਉਹ ਰੱਖ ਦਿੱਤੇ, ਉੱਥੇ ਸਾਰਾ ਅੰਨ ਇਹਨੇ ਟਿਕਾ ਦਿੱਤਾ ਏ। ਉੱਥੇ ਇਹਨੇ ਆਪਣਾ ਪੜਾਅ ਕੀਤਾ, ਉੱਥੇ ਇਹਨੇ ਆਪਣਾ ਨਿਵਾਸ ਕੀਤਾ। ਜਦੋਂ ਸੰਗਤਾਂ ਦਾ ਇਕੱਠ ਦੇਖਿਆ ਬੜਾ ਖੁਸ਼ ਹੋਇਆ ਹੈ ਜੀ। ਯਹ ਮਾਨਵ ਸਮੁਦਾਇ ਦਸੰਤੇ, ਦੇਸ਼ ਵਿਦੇਸ਼ਣ ਕੇ ਵਿਚਰੰਤੇ। ਇਹਨੇ ਪਹਿਲੀ ਵਾਰੀ ਦੇਖਿਆ ਵੀ ਇੰਨੀ ਸੰਗਤ, ਇੰਨੇ ਸਿੱਖ ਇੱਕੋ ਥਾਂ ਤੇ ਇਕੱਠੇ ਹੋਏ ਨੇ, ਔਰ ਕੱਲਾ ਇੱਕ ਏਰੀਏ ਦੇ ਨਹੀਂ, ਇਲਾਕੇ ਦੇ ਨਹੀਂ, ਦੇਸ਼ਾਂ ਵਿਦੇਸ਼ਾਂ ਤੋਂ ਦੂਰੋਂ ਦੂਰੋਂ ਚੱਲ ਕੇ ਇੱਥੇ ਭਾਰੀ ਗਿਣਤੀ ਵਿੱਚ ਸੰਗਤ ਇਕੱਤਰ ਹੋਈ ਹੈ। ਸੰਗਤਾਂ ਦੇ ਸਮੂਹ ਨੂੰ ਇਹ ਚੱਲ ਰਹੀ ਸੇਵਾ ਜਿਹੜੇ ਕਰ ਰਹੇ ਨੇ ਭਾਵਨਾ ਵਾਲੇ, ਉਹਨਾਂ ਦੇ ਇਕੱਠ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਹੈ ਜੀ। ਹੋਤ ਤਾਲ ਕੀ ਕਾਰ ਵਿਸਾਲਾ, ਕਰਹਿ ਈਟ ਕਾਂ ਕੋ ਨਰ ਜਾਲਾ। ਕਿਉਂਕਿ ਤਾਲ ਦੀ ਕਾਰ ਸੇਵਾ ਹੋ ਰਹੀ ਹੈ ਜੀ, ਤੇ ਜਿਹੜੇ ਸਿੱਖ ਨੇ, ਸੰਗਤਾਂ ਨੇ, ਉਹ ਹਰ ਕੋਈ ਅਲੱਗਾ ਅਲੱਗਾ ਸੇਵਾ ਕਰ ਰਿਹਾ। ਕੋਈ ਤੇ ਪਿਆਰਿਓ ਕਰਹਿ ਈਟ ਕਾ ਕੋ ਨਰ ਜਾਲਾ, ਕਈ ਤੇ ਬਹੁਤ ਸਾਰੇ ਸਿੱਖ ਉਹ ਇੱਟਾਂ ਤਿਆਰ ਕਰ ਰਹੇ ਨੇ ਜੀ।
ਉਹ ਇੱਟਾਂ ਪਕਾ ਰਹੇ ਹਨ ਜੀ। ਏਤਕ ਚੂਨੇ ਕੀ ਬੜਕਾਰ ਮਿਲ ਕਰ ਕਰੇ ਅਨੇਕ ਪ੍ਰਕਾਰ। ਤੇ ਕਈ ਪਿਆਰੇ ਚੂਨਾ ਪੀਣ ਦੀ ਜਿਹੜੀ ਕਾਰ ਉਹ ਸਾਰੇ ਮਿਲ ਕੇ ਕਰਦੇ ਪਏ ਨੇ। ਕੋਈ ਚੂਨਾ ਪੀਣ ਦੀ ਕਾਰ ਕਰਦਾ ਪਿਆ। ਇਹ ਚੂਨੇ ਦੀ ਚਣਾਈ ਕੀਤੀ ਜਾਂਦੀ ਸੀ ਜੀ ਸ੍ਰੀ ਫਤਿਹਗੜ੍ਹ ਸਾਹਿਬ। ਪਿਆਰ ਉੱਥੇ ਜਿਹੜੀ ਜਹਾਜ਼ ਹਵੇਲੀ ਹੈ ਦੀਵਾਨ ਟੋਡਰ ਮੱਲ ਦੀ ਹਵੇਲੀ, ਉਹਦੀ ਦੁਬਾਰਾ ਸੇਵਾ ਹੋ ਰਹੀ। ਉੱਥੇ ਫਿਰ ਦੇਖਿਆ ਜੀ ਉਹ ਚੂਨਾ ਤਿਆਰ ਕਰਦੇ ਨੇ ਜੀ। ਚੂਨਾ ਤਿਆਰ ਕਿ ਜਿਵੇਂ ਆਪਾਂ ਦੇਖ ਲਈਏ ਕਿ ਬਹੁਤ ਵੱਡਾ ਇੱਕ ਲੋਹੇ ਦਾ ਪਿਆਰ ਉਹਨਾਂ ਬਣਾਇਆ ਹੋਇਆ ਗੋਲ ਜਾਂ ਚੱਕਰ ਜਾਂ ਡੂੰਘਾ ਜਿਵੇਂ ਆੜ ਹੁੰਦੀ ਹੈ, ਤੇ ਇੱਕ ਬਹੁਤ ਵੱਡਾ ਜਿਵੇਂ ਟ੍ਰੇਨ ਦਾ ਪਹੀਆ ਹੁੰਦਾ ਨਾ ਜੀ, ਏਦਾਂ ਲੋਹੇ ਦਾ ਬੜਾ ਵੱਡਾ ਪਹੀਆ ਉਹਦੇ ਵਿੱਚ ਹੈ। ਉਹਦੇ ਵਿੱਚ ਫਿਰ ਉਹ ਕਹਿੰਦੇ ਨੇ ਚੂਨਾ ਪਾਉਂਦੇ ਆ। ਹੋਰ ਉਹਨਾਂ ਕਈ ਚੀਜ਼ਾਂ ਦੱਸੀਆਂ ਜੀ ਕੈਮੀਕਲ ਪਾ ਕੇ, ਤੇ ਫਿਰ ਉਹ ਟਰੈਕਟਰ ਦੇ ਨਾਲ ਉਹਨੂੰ ਗੇੜਦੇ ਨੇ। ਫਿਰ ਜਿਹੜਾ ਚੂਨਾ ਪੀਸਿਆ ਜਾਂਦਾ ਬਰੀਕ ਹੋ ਜਾਂਦਾ, ਫਿਰ ਉਹਦੀ ਚਣਾਈ ਕਰਦੇ। ਫਿਰ ਉਹਦੀ ਮੁਨਿਆਦ ਦੇਣੀ ਹੈ ਵੀ ਕੋਈ ਸਲਾਬ ਨਹੀਂ, ਕੋਈ ਸੈਲ ਨਹੀਂ, ਸਦੀਆਂ ਲੰਘ ਜਾਂਦੀਆਂ ਨੇ ਜੀ ਉਹਦੇ ਨਾਲ। ਹੁਣ ਇਹ ਕਵੀ ਜੀ ਦੱਸ ਰਹੇ ਨੇ, ਕਹਿੰਦੇ ਨੇ ਕੋਈ ਤੇ ਪਿਆਰੇ ਉਹ ਇੱਟਾਂ ਬਣਾ ਰਿਹਾ ਤੇ ਕੋਈ ਚੂਨਾ ਪੀ ਰਿਹਾ, ਕੋਈ ਚੂਨੇ ਤਿਆਰ ਕਰਨ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਜੀ। ਕੇਤਕ ਈਂਧਨ ਅਧ ਕਸ ਕੇ ਲੈ ਸੀਸ ਉਠਾਏ ਪਜਾਵਨ ਮੇਲੇ। ਤੇ ਜਿਹੜੇ ਕਈ ਨੇ ਉਹ ਈਂਧਨ ਤੋਂ ਮਰਾਦ ਹੈ ਕਿ ਬਾਲਣ, ਉਹ ਬਾਲਣ ਇਕੱਠਾ ਕਰਦੇ ਨੇ। ਉਹ ਫਿਰ ਜਿਹੜਾ ਬਾਲਣ ਹੈ ਉਹ ਜਿਹੜੇ ਆਵੇ ਨੇ ਇੱਟਾਂ ਦੇ ਉਥੋਂ ਤੱਕ ਪਹੁੰਚਾਉਂਦੇ ਹਨ ਜੀ। ਕੇਤ ਕਰੋੜ ਬਹੋਰਨ ਕਰੈ ਭਲੇ ਸੁਧਾਰ ਏਕ ਥਲ ਧਰੈ। ਤੇ ਕਈ ਜਿਹੜੇ ਨੇ ਉਹ ਅਰੋੜਾਂ ਨੂੰ ਗੋਲ ਕਰ ਰੋੜੀ ਕੁੱਟਦੇ ਪਏ ਨੇ, ਅਰੋੜਾਂ ਨੂੰ ਗੋਲ ਕਰਦੇ ਪਏ ਨੇ। ਇਸ ਤਰ੍ਹਾਂ ਆਪੋ ਆਪਣੀ ਪਿਆਰਿਓ ਭਾਵਨਾ ਅਨੁਸਾਰ, ਆਪੋ ਆਪਣੀ ਇੱਛਾ ਦੇ ਅਨੁਸਾਰ ਹਰ ਕੋਈ ਕਿਸੇ ਨਾ ਕਿਸੇ ਸੇਵਾ ਦੇ ਵਿੱਚ ਲੱਗਿਆ ਹੋਇਆ। ਭਲੇ ਸੁਧਾਰ ਏਕ ਥਲ ਧਰੈ। ਕੋਈ ਬਾਲਣ ਇਕੱਠਾ ਕਰਦਾ ਪਿਆ, ਕੋਈ ਆਵੇ ਪਕਾਉਣ ਦੀ ਸੇਵਾ ਕਰਦਾ ਪਿਆ, ਕੋਈ ਕੱਚੀਆਂ ਇੱਟਾਂ ਤਿਆਰ ਕਰਦਾ ਪਿਆ, ਕੋਈ ਕੁਛ ਕਰਦਾ ਪਿਆ ਹੈ ਜੀ। ਕੇਤਕ ਆਨਹਿ ਤਾਲ ਨਜੀਕੇ ਕੋ ਘਰ ਘਰ ਲਾਵਤ ਹੈ ਨੀਕੇ। ਤੇ ਕਈ ਸਰੋਵਰ ਦੇ ਵਿੱਚ ਇੱਟਾਂ ਲਿਆ ਕੇ ਟਿਕਾ ਰਹੇ ਨੇ, ਰੱਖ ਰਹੇ ਨੇ, ਨੇੜੇ ਲਿਆਉਂਦੇ ਨੇ, ਉੱਥੇ ਰੱਖ ਦਿੰਦੇ ਨੇ। ਅੱਗੋਂ ਫਿਰ ਕਾਰੀਗਰ ਉਹ ਲਗਾਉਂਦੇ ਨੇ। ਤੇ ਪਿਆਰੋ ਕੋ ਘਰ ਘਰ ਲਾਵਤ ਹੈ ਨੀਕੇ। ਤੇ ਕਈ ਇੱਟਾਂ ਨੂੰ ਘੜ ਘੜ ਕੇ ਫਿਰ ਉਹ ਵਿਛਾ ਰਹੇ ਨੇ। ਕੋਈ ਢੋ ਰਹੇ ਨੇ, ਨੇੜੇ ਲਿਆ ਕੇ ਰੱਖ ਦਿੰਦੇ ਨੇ। ਤੇ ਪਰ ਕਈ ਇੱਟਾਂ ਨੂੰ ਘੜ ਕੇ ਉਹਨੂੰ ਫਿਰ ਉਹ ਚਣਾਈ ਕਰਦੇ ਹਨ ਜੀ। ਕਰੇ ਈਟਕਾਂ ਕੇ ਬੜ ਢੇਰ ਕੇਤਕ ਕਰਦਮ ਕਰ ਕਰ ਗੇਰ। ਤੇ ਕਈ ਜਿਹੜੇ ਨੇ ਉਹ ਪਰ ਮਿੱਟੀ 'ਚ ਪਾਣੀ ਪਾ ਕੇ ਉਹਦੀ ਕਹਾਣੀ ਕਰਕੇ ਗਾਰਾ ਤਿਆਰ ਕਰਕੇ ਤੇ ਕੱਚੀਆਂ ਇੱਟਾਂ ਬਣਾ ਕੇ ਉਹਦੇ ਢੇਰਾਂ ਦੇ ਢੇਰ ਲਗਾਈ ਜਾਂਦੇ ਹਨ ਜੀ। ਕੇਤਕ ਚੂਨੋ ਪੀਸ ਬਣਾਏ ਕੋ ਕਾਰੀਗਰ ਨਿਕਟ ਪਹੁੰਚਾਏ। ਕਈ ਰੋੜ ਪੀਸ ਕੇ ਚੂਨਾ ਬਣਾ ਰਹੇ ਨੇ ਤੇ ਕਈ ਇਹ ਚੂਨੇ ਨੂੰ ਬਾਟਿਆਂ 'ਚ ਪਾ ਕੇ ਸਿਰਾਂ ਤੇ ਚੱਕ ਕੇ ਕਾਰੀਗਰਾਂ ਦੇ ਨੇੜੇ ਪਹੁੰਚਾਉਂਦੇ ਹਨ ਜੀ। ਸਿਰ ਪਰ ਧਰੈ ਟੋਕਰੀ ਢੋਵੈ ਸਗਰੇ ਦਿਨ ਗੁਰ ਦਰਸ਼ਨ ਜੋਵੈ। ਆਪਣੇ ਸਿਰ ਤੇ ਪਿਆਰ ਟੋਕਰੀਆਂ ਰੱਖ ਕੇ ਕੋਈ ਚੂਨਾ ਢੋ ਰਿਹਾ, ਕੋਈ ਇੱਟਾਂ ਢੋ ਰਿਹਾ, ਕੋਈ ਮਿੱਟੀ ਢੋ ਰਿਹਾ, ਕੋਈ ਸੇਵਾ ਕਰਦਾ ਹੈ। ਨਾਲੇ ਤਾਂ ਸੇਵਾ ਕਰਦੇ ਨੇ ਤੇ ਨਾਲੇ ਸਾਰਾ ਦਿਨ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ ਜੀ। ਤਿੰਨ ਮਹ ਕੇਤਕ ਸਿੱਖ ਸ਼ਰਧਾਲੂ ਕਰੇ ਪ੍ਰੇਮ ਤੇ ਕਾਰ ਵਿਸਾਲੂ। ਉਹਨਾਂ ਵਿੱਚੋਂ ਬਹੁਤੇ ਸਿੱਖ ਉਹ ਨੇ ਜੋ ਸ਼ਰਧਾਲੂ ਨੇ, ਜੋ ਨਿਸ਼ਕਾਮ ਸੇਵਾ ਕਰ ਰਹੇ ਨੇ, ਜੋ ਪ੍ਰੇਮ ਨਾਲ ਭਾਵਨਾ ਦੇ ਨਾਲ ਇਸ ਕਰਕੇ ਸੇਵਾ ਕਰਦੇ ਨੇ ਕਿ ਸੇਵਾ ਕਰਾਂਗੇ ਤੇ ਜਨਮ ਸਫਲਾ ਹੋ ਜਾਵੇਗਾ ਜੀ। ਕੇਤਕ ਤਹਿ ਮਜੂਰ ਕਰ ਕਾਰੀ ਭਈ ਸਾਂਝ ਤੇ ਲੇਤ ਦਿਹਾੜੀ। ਤੇ ਕਈ ਮਜ਼ਦੂਰ ਵੀ ਲੱਗੇ ਨੇ, ਰਾਜ ਮਿਸਤਰੀ ਲੱਗੇ ਹੋਏ ਨੇ। ਪਿਆਰ ਉਹ ਫਿਰ ਸਾਰਾ ਦਿਨ ਆਪਣਾ ਕੰਮ ਕਰਦੇ ਨੇ ਤੇ ਸ਼ਾਮਾਂ ਨੂੰ ਆਪਣੀ ਦਿਹਾੜੀ ਲੈ ਜਾਂਦੇ ਨੇ, ਆਪਣਾ ਮਿਹਨਤਨਾਮਾ ਲੈ ਜਾਂਦੇ ਨੇ। ਜਿੰਨੀ ਉਹਨਾਂ ਦੀ ਮਜ਼ਦੂਰੀ ਤੈਅ ਕੀਤੀ ਹੈ ਨਾਲ ਦੀ ਨਾਲ ਸਤਿਗੁਰ ਰਾਤ ਨੂੰ ਉਹਨਾਂ ਨੂੰ ਦੇ ਦਿੰਦੇ ਹਨ ਜੀ। ਕੇਤਕ ਕਾਰੀਗਰ ਹੈ ਲਾਗੇ ਸਰਬ ਵਸਤ ਆਨਹਿ ਤਿਨ ਆਗੇ। ਕਈ ਪਿਆਰਿਓ ਕਾਰੀਗਰ ਲੱਗੇ ਨੇ, ਮਿਸਤਰੀ ਲੱਗੇ ਨੇ, ਸਾਰੀਆਂ ਵਸਤੂਆਂ
ਪਿਆਰੇ ਸਿੱਖ ਲਿਆ ਕੇ ਢੋ ਕੇ ਉਹਨਾਂ ਦੇ ਸਾਹਮਣੇ ਰੱਖ ਦਿੰਦੇ ਹਨ ਜੀ। ਸਿੱਖਨ ਕੋ ਪਿਖ ਦਿਜ ਬਿਸਮਾਇਓ, ਘਾਲ ਬੜੀ ਘਾਲਣ ਚਿਤ ਲਾਇਓ। ਹੁਣ ਜਦੋਂ ਸਿੱਖਾਂ ਨੂੰ ਇਹ ਸੇਵਾ ਕਰਦਿਆਂ ਦੇਖਿਆ ਇਸ ਗੰਗਾ ਰਾਮ ਦਵਿਜ ਨੇ, ਪੰਡਤ ਨੇ, ਤੇ ਦੇਖ ਕੇ ਬੜਾ ਖੁਸ਼ ਵੀ ਹੋ ਰਿਹਾ, ਬੜਾ ਹੈਰਾਨ ਵੀ ਹੋ ਰਿਹਾ ਕਿ ਬੜੀ ਵੱਡੀ ਘਾਲ ਘਾਲ ਰਹੇ ਨੇ, ਇਹ ਤੇ ਬਹੁਤ ਮਿਹਨਤ ਵਾਲੀ ਸੇਵਾ ਕਰਦੇ ਪਏ ਨੇ। ਦੇਖ ਕੇ ਹੈਰਾਨ ਵੀ ਹੋ ਰਿਹਾ ਕਿ ਬਹੁਤ ਵੱਡੀ ਘਾਲਣਾ ਹੈ ਇਹਨਾਂ ਦੀ, ਕਿ ਕਿੰਨਾ ਚਿੱਤ ਲਾ ਕੇ ਮਨ ਲਗਾ ਕੇ ਗੁਰੂ ਦੇ ਪ੍ਰੇਮ ਦੇ ਵਿੱਚ ਲੱਗੇ ਹੋਏ ਹਨ ਜੀ। ਗੰਗਾ ਰਾਮ ਬੇਪਰਚਿਤ ਫਿਰਿਓ, ਗੁਰ ਪ੍ਰਤਾਪ ਨੀਕੋ ਉਰ ਧਰਿਓ। ਗੰਗਾ ਰਾਮ ਬ੍ਰਾਹਮਣ ਦਾ ਮਨ ਇਹ ਵੀ ਪਿਆਰੇ ਹੁਣ ਨੇਕੀ ਵਾਲੇ ਪਾਸੇ ਪਲਟਿਆ, ਇਹਦਾ ਮਨ ਮੁੜਿਆ। ਜਦੋਂ ਸਿੱਖਾਂ ਨੂੰ ਸੰਗਤਾਂ ਨੂੰ ਸੇਵਾ ਕਰਦਿਆਂ ਦੇਖਿਆ, ਇਹਦੇ ਅੰਦਰ ਵੀ ਚਾਅ ਪੈਦਾ ਹੋਇਆ ਕਿ ਮੈਂ ਵੀ ਸੇਵਾ ਕਰਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲਈ ਅੰਦਰ ਭਾਵਨਾ ਬਣੀ। ਗੁਰੂ ਅਰਜਨ ਦੇਵ ਦਾ ਤੇਜ ਪ੍ਰਤਾਪ, ਉਹਦਾ ਪ੍ਰਭਾਵ ਇਹਦੇ ਮਨ ਤੇ ਪਿਆ ਹੈ ਜੀ। ਮਸਤਕ ਟੇਕ ਦੂਰ ਤੇ ਗਇਓ, ਆਪਣੇ ਅਨ ਕੇ ਢਿਗ ਥਿਰ ਥਿਓ। ਪਿਆਰਿਓ ਇਹਨੇ ਫਿਰ ਸਤਿਗੁਰੂ ਜੀ ਦੀ ਮਹਿਮਾ ਤਾਂ ਜਾਣੀ, ਗੁਰੂ ਜੀ ਕੋਲ ਆਇਆ, ਮੱਥਾ ਟੇਕਿਆ, ਮੱਥਾ ਟੇਕੇ ਤੇ ਫੇਰ ਦੂਰ ਚਲਿਆ ਗਿਆ, ਕਿਉਂਕਿ ਜਿੱਥੇ ਇਹਨੇ ਆਪਣਾ ਅੰਨ ਰੱਖਿਆ ਸੀ, ਬਾਜਰਾ ਜੋ ਵੀ ਅਨਾਜ ਲੈ ਕੇ ਆਇਆ, ਇਹ ਫਿਰ ਆਪਣੇ ਅਨਾਜ ਦੇ ਬੋਰਿਆਂ ਕੋਲ ਜਾ ਕੇ ਖਲੋ ਜਾਂਦਾ ਹੈ ਜੀ। ਇਸ ਦਿਨ ਗੁਰ ਕੇ ਦੇਗ ਨਾ ਹੋਈ, ਅੰਨ ਗਇਓ ਥੋੜ ਲਿਆਏ ਨਾ ਕੋਈ। ਹੋਇਆ ਕਿ ਵੀ ਸੰਗਤ ਇਹਨੀ ਜ਼ਿਆਦਾ ਆ ਗਈ, ਸਿੱਖ ਇਹਨੇ ਜ਼ਿਆਦਾ ਆ ਗਏ ਕਿ ਜਿੰਨਾ ਕੋ ਲੰਗਰ ਗੁਰੂ ਘਰ ਤਿਆਰ ਸਾਰਾ ਵਰਤ ਗਿਆ ਜੀ, ਸਾਰਾ ਲੱਗ ਗਿਆ। ਉਸ ਵੇਲੇ ਲੰਗਰ ਥੋੜਾ ਮਸਤਾਨਾ ਹੋ ਗਿਆ। ਤਿਸ ਦਿਨ ਗੁਰ ਕੇ ਦੇਗ ਨਾ ਹੋਈ, ਲੰਗਰ ਹੋਰ ਗਾਂ ਤਿਆਰ ਨਾ ਹੋਇਆ, ਅੰਨ ਗਇਓ ਥੁਰ ਲਿਆਏ ਨਾ ਕੋਈ। ਪਿਆਰ ਹੋਰ ਗਾਂ ਕਿਸੇ ਨੇ ਲਿਆਂਦਾ ਨਹੀਂ ਤੇ ਸਿੱਖ ਨਾਲ ਦੀ ਨਾਲ ਕੋਈ ਆਟੇ ਦੀ ਬੋਰੀ ਲਈ ਆਉਂਦਾ ਸੀ, ਕੋਈ ਚੌਲ ਲਈ ਆਉਂਦਾ ਸੀ। ਪਰ ਉਸ ਦਿਨ ਪਿਆਰੋ ਬਾਹਰੋਂ ਜਿਹੜਾ ਅਨਾਜ ਆਇਆ ਨਾ, ਜਿਹੜਾ ਅੰਦਰ ਜਮਾ ਸੀ, ਉਹ ਸਾਰਾ ਪਕਾ ਦਿੱਤਾ ਗਿਆ, ਵਰਤਾ ਦਿੱਤਾ ਗਿਆ ਹੈ ਜੀ। ਬਹੁ ਗ੍ਰਾਮਣ ਕੋ ਜੇਤ ਕਿਆਇਓ, ਸੋ ਸਭ ਲੰਗਰ ਵਿਖੇ ਲਗਾਇਓ। ਤੇ ਬਾਹਰੋਂ ਪਿੰਡਾਂ ਦੇ ਵਿੱਚੋਂ ਜਿੰਨਾ ਅਨਾਜ ਆਇਆ ਸੀ, ਜਿੰਨੀਆਂ ਰਸਤਾਂ ਵਸਤਾਂ ਆਈਆਂ ਸੀ, ਉਹ ਸਾਰੀਆਂ ਪਿਆਰੋ ਲੱਗ ਚੁੱਕੀਆਂ, ਤਿਆਰ ਹੋ ਗਈਆਂ। ਕਿਉਂਕਿ ਐਸਾ ਹੋ ਜਾਂਦਾ ਹੈ, ਸੰਗਤ ਬਹੁਤ ਜ਼ਿਆਦਾ ਆ ਜਾਏ ਤੇ ਕਈ ਵਾਰੀ ਸਾਰੇ ਗੁਰੂ ਘਰਾਂ 'ਚ ਹੋ ਜਾਂਦਾ ਜੀ। ਇੱਥੇ ਵੀ ਹੁਣ ਬੇਨਤੀ ਕੀਤੀ ਜਾਂਦੀ ਹੈ ਨਾ ਜੀ ਰੋਜ਼, ਕਿ ਸੰਗਤ ਨੂੰ ਇੱਕ ਬਟਰ ਦੀਆਂ ਟਿੱਕੀਆਂ ਲੈ ਕੇ ਆਇਆ ਕਰੋ, ਵੀ ਜ਼ਿਆਦਾ ਖਰਚ ਹੁੰਦਾ, ਜ਼ਿਆਦਾ ਲੋੜ ਹੈ ਉਹਨਾਂ ਦੀ, ਸੰਗਤਾਂ ਲੈ ਕੇ ਵੀ ਆਉਂਦੀਆਂ ਨੇ। ਇਸੇ ਤਰ੍ਹਾਂ ਪਿਆਰਿਓ ਉਸ ਵੇਲੇ ਕੀ ਹੋਇਆ ਕਿ ਜਿਹੜਾ ਲੰਗਰ ਸੀ, ਜਿਹੜੀਆਂ ਰਸਤਾਂ ਵਸਤਾਂ ਲਿਆਂਦੀਆਂ ਪਿੰਡਾਂ 'ਚ, ਅਨਾਜ ਇਕੱਠਾ ਹੋ ਕੇ ਆਇਆ, ਉਹ ਸਾਰਾ ਤਿਆਰ ਹੋ ਗਿਆ, ਵਰਤਾ ਦਿੱਤਾ ਗਿਆ ਹੈ, ਹੋਰ ਨਵਾਂ ਆਇਆ ਨਹੀਂ ਹੈ ਜੀ। ਨਰਨ ਹਜ਼ਾਰਨ ਹੋਏ ਆਹਾਰ, ਵਰਤਤ ਰਹਿ ਸਾਂਝ ਲਗ ਸਾਰ। ਕਿਉਂਕਿ ਹਜ਼ਾਰਾਂ ਦੀ ਤਦਾਦ ਵਿੱਚ ਉਥੇ ਸੰਗਤ ਆ ਰਹੀ ਹੈ ਸੇਵਾ ਕਰਨ ਵਾਸਤੇ, ਤੇ ਪਿਆਰਿਓ ਸਾਰਾ ਦਿਨ ਸਾਰੀ ਰਾਤ ਗੁਰੂ ਕਾ ਲੰਗਰ ਵਰਤਦਾ ਰਹਿੰਦਾ ਹੈ ਜੀ। ਨਹੀਂ ਅੰਨ ਪਹੁੰਚੋ ਕਿਤ ਹੀਤੇ, ਬਿਨ ਭੋਜਨ ਸੋ ਦਿਵਸ ਬਤੀਤੇ। ਬਾਹਰੋਂ ਫਿਰ ਹੋਰ ਅਨਾਜ ਆਇਆ ਨਹੀਂ, ਅੰਨ ਆਇਆ ਨਹੀਂ। ਉਹ ਜਿਹੜਾ ਦਿਨ ਸੀ ਬਗੈਰ ਭੋਜਨ ਦੇ ਹੀ ਬੀਤ ਜਾਂਦਾ ਹੈ ਜੀ। ਬਹੁਰ ਆਗਲੋ ਦਿਨ ਜਾ ਭਇਓ, ਕਿਤ ਤੇ ਅੰਨ ਨਾ ਆਵਣ ਥਇਓ। ਫਿਰ ਜਦੋਂ ਅਗਲਾ ਦਿਨ ਹੋਇਆ ਤੇ ਅਨਾਜ ਫਿਰ ਨਹੀਂ ਕਿਸੇ ਪਾਸੋਂ ਆ ਰਿਹਾ। ਫਿਰ ਵੀ ਪਿਆਰੋ ਕਿਸੇ ਪਿੰਡ ਵਿੱਚੋਂ ਕੋਈ ਆਟਾ ਨਹੀਂ ਆ ਰਿਹਾ, ਕੋਈ ਚੌਲ ਨਹੀਂ ਆ ਰਹੇ, ਕੋਈ ਸਮੱਗਰੀ ਆ ਨਹੀਂ ਰਹੀ। ਜਦੋਂ ਨਹੀਂ ਆ ਰਹੀ ਕਿਸੇ ਪਾਸਿਓਂ ਵੀ, ਇਹ ਜਿਹੜਾ ਗੰਗਾ ਰਾਮ ਇਹ ਸਭ ਕੁਝ ਇਹ ਨਜ਼ਾਰਾ ਦੇਖ ਰਿਹਾ ਹੈ ਜੀ। ਸੁਣ ਕੇ ਗੰਗਾ ਰਾਮ ਵਿਚਾਰਾ, ਇਨਕੋ ਅਰਪ ਹੈ ਦਰਬ ਹਜ਼ਾਰਾ। ਪਿਆਰਿਓ ਜਦੋਂ ਇਹਨੂੰ ਪਤਾ ਲੱਗਿਆ, ਇਹਨੇ ਸੁਣਿਆ ਤੇ ਵੇਖਿਆ ਅਨਾਜ ਬਾਹਰੋਂ ਆਇਆ ਨਹੀਂ, ਜਿੰਨਾ ਅੰਦਰ ਸੀ ਉਹ ਤਿਆਰ ਹੋ ਚੁੱਕਾ ਹੈ, ਵਰਤ ਚੁੱਕਿਆ ਹੈ। ਸੰਗਤਾਂ ਇਹਨੀ ਸੇਵਾ ਕਰ ਰਹੀਆਂ ਨੇ, ਇਹਨਾਂ ਨੂੰ ਪ੍ਰਸ਼ਾਦਾ ਪਾਣੀ ਚਾਹੀਦਾ ਏ, ਮਨ ਦੀ ਭਾਵਨਾ ਬਣੇਗੀ। ਸੁਣ ਕੇ ਗੰਗਾ ਰਾਮ ਵਿਚਾਰਾ, ਗੰਗਾ ਰਾਮ ਨੇ ਮਨ ਅੰਦਰ ਵਿਚਾਰ ਕੀਤੀ ਕਿ ਇਨ ਕੋ ਅਰਪੈ ਦਰਬ ਹਜ਼ਾਰਾ। ਕਹਿੰਦਾ ਗੰਗਾ ਰਾਮ ਮੌਕਾ ਹੀ ਆਪਣੀ ਕਮਾਈ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਅਰਪਣ ਕਰ ਦੇ, ਪੜਿਆ ਤੇਰੀ ਕਮਾਈ ਵੀ ਸਫਲ ਹੋ ਜਾਏਗੀ ਤੇ ਤੇਰਾ ਜਨਮ ਵੀ ਲੇਖੇ ਲੱਗ ਜਾਏਗਾ। ਮੌਕਾ ਹੀ ਵੇਲਾ ਹੀ ਤੇ ਹੋਏ।
ਇਹ ਤੇਰਾ ਅਵਸਰ, ਇਹ ਤੇਰੀ ਬਾਰ ਵਾਲੀ ਖੇਡ ਵਰਤ ਗਈ ਜੀ। ਉਹਦੇ ਅੰਦਰ ਭਾਵਨਾ ਬਣੀ ਹੈ ਜੀ। ਆਪਨ ਭਲੋ ਕਰਬੇ ਕੇ ਕਾਰਨ, ਰਹਿਣ ਦਿਵਸ ਲਾਗੇ ਸਾਰ ਕਾਰਨ। ਪਿਆਰਿਓ ਉਹ ਹੁਣ ਵੇਖ ਰਿਹਾ ਗੁਰੂ ਮਹਾਰਾਜ ਜੀ ਵੱਲ, ਵੀ ਸਤਿਗੁਰੂ ਜੀ ਕਿਰਪਾ ਕਰਦੇ ਪਏ ਨੇ। ਇਹ ਹਜ਼ੂਰ ਦੂਸਰਿਆਂ ਦਾ ਭਲਾ ਕਰਦੇ ਨੇ, ਸਿੱਖ ਆਪਣੇ ਭਲਾ ਜਨਮ ਸਫਲਾ ਕਰਨ ਦੀ ਸੇਵਾ ਕਰਦੇ ਪਏ ਨੇ। ਹੁਣ ਇਹ ਵੀ ਕੀ ਹੋਇਆ, ਸੋਚਦਾ ਕਿ ਮੈਂ ਵੀ ਸੇਵਾ ਕਰਾਂ, ਮੇਰਾ ਵੀ ਭਲਾ ਹੋ ਜਾਵੇਗਾ ਜੀ। ਸਗਲ ਕਾਮਨਾ ਗੁਰ ਤੇ ਚਾਹੈ, ਦਰਬ ਦੇਤ ਅਰ ਸੇਵ ਉਮਾਹੈ। ਔਰ ਇਹਨੇ ਵੇਖਿਆ ਵੀ ਗੁਰੂ ਕੇ ਸਿੱਖ ਆਉਂਦੇ ਨੇ, ਇੰਨਾ ਕੁਝ ਅਰਪਣ ਕਰਦੇ ਨੇ, ਸੇਵਾ ਕਰਦੇ ਨੇ, ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ, ਜੋ ਚਾਹੁੰਦੇ ਨੇ ਮਿਲਦਾ ਹੈ। ਕੋਈ ਧਨ ਦਿੰਦਾ, ਕੋਈ ਅੰਨ ਦਿੰਦਾ ਹੈ, ਤੇ ਮੈਂ ਵੀ ਇਹ ਅਰਪਣ ਕਰਕੇ ਆਪਣੀ ਭਾਵਨਾ ਪੂਰੀ ਕਰ ਲਵਾਂਗਾ ਜੀ। ਜਾਂ ਤੇ ਮੈਂ ਵੀ ਸੇਵਾ ਕਰਾਂ, ਸ਼ਰਧਾ ਸਤਿਗੁਰ ਕੀ ਔਰ ਧਰਾਂ। ਉਹ ਸੰਗਤਾਂ ਵੱਲ ਵੇਖ ਕੇ ਮਨ ਅੰਦਰ ਚਾਉ ਪੈਦਾ ਹੋ ਗਿਆ ਨਾ ਜੀ, ਅੰਦਰ ਉਤਸ਼ਾਹ ਪੈਦਾ ਹੋ ਗਿਆ। ਜਿਵੇਂ ਤਿਨਾਂ ਦੇਖ ਮਨ ਚਾਉ ਉਠਾਉਂਦਾ, ਉਹਨਾਂ ਨੂੰ ਦੇਖ ਕੇ ਇਹਦੇ ਅੰਦਰ ਵੀ ਚਾਉ ਪੈਦਾ ਹੋ ਗਿਆ ਜੀ। ਬਸ ਇਹ ਰੰਗ ਲੱਗ ਗਿਆ ਜੀ, ਅੰਦਰ ਭਾਵਨਾ ਬਣ ਗਈ। ਇਸ ਕਰਕੇ ਪਿਆਰ ਇਹ ਕਿਹਾ ਜਾਂਦਾ ਹੈ ਨਾ ਕਿ ਬਾਰ-ਬਾਰ ਗੁਰਮੁਖਾਂ ਦੀ ਸੰਗਤ ਕਰੋ, ਜਪਣ ਵਾਲਿਆਂ ਦੀ ਸੰਗਤ ਕਰੋ। ਕਿਉਂ? ਉਹਦਾ ਕਾਰਨ ਇਹ ਹੈ ਜੀ, ਵੇਖੋ ਇਹਨੂੰ ਸਮਝਣ ਦੇ ਲਈ। ਇਹ ਖਿਣ ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਸਫ਼ਰ ਕਰਦੇ ਹਾਂ ਟ੍ਰੇਨ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਦਿੱਲੀ ਆਪਾਂ ਨੇ ਪਹੁੰਚਣਾ ਹੈ। ਜਦੋਂ ਟ੍ਰੇਨ ਵਿੱਚ ਆਪਾਂ ਬੈਠੇ, ਸਵੇਰੇ ਪ੍ਰਸ਼ਾਦਾ ਛਕਿਆ ਤੇ ਘਰ ਦੇ ਕਹਿੰਦੇ ਨਾਲ ਪਾ ਦੀ, ਵੀ ਦੁਪਹਿਰ ਨੂੰ ਛਕ ਲਿਓ। ਅਸੀਂ ਕਹਿੰਦੇ ਨਹੀਂ, ਲੋੜ ਨਹੀਂ, ਵੀ ਦੁਪਹਿਰ ਮੈਂ ਕੱਢ ਜਾਣੀ ਹੈ ਤੇ ਸ਼ਾਮ ਨੂੰ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ। ਹੁਣ ਹੋਇਆ ਕੀ, ਜਿਸ ਵੇਲੇ ਦੁਪਹਿਰ ਦਾ ਵੇਲਾ ਹੋਇਆ, ਟ੍ਰੇਨ ਪਿਆਰਿਓ ਚੱਲੀ ਅੰਮ੍ਰਿਤਸਰ ਤੋਂ ਪਹੁੰਚ ਗਈ ਅੰਬਾਲੇ ਦੇ ਕੋਲ। ਦੁਪਹਿਰ ਦਾ ਵੇਲਾ ਤੇ ਸਾਨੂੰ ਕੋਈ ਚਿੱਤ ਚੇਤਾ ਵੀ ਨਹੀਂ, ਭੁੱਖ ਵੀ ਨਹੀਂ ਲੱਗੀ ਕਿ ਮੈਂ ਪ੍ਰਸ਼ਾਦਾ ਛਕਣਾ। ਪਰ ਜਦੋਂ ਦੁਪਹਿਰ ਦੇ 2, 2:30, 3 ਵਜੇ ਤੇ ਸਾਡੇ ਨਾਲ ਦੀ ਸੀਟ ਤੇ ਬੈਠਾ ਹੋਇਆ ਵਿਅਕਤੀ, ਉਹ ਪਿਆਰਿਓ ਆਪਣਾ ਟਿਫਨ ਖੋਲਦਾ ਤੇ ਜਦੋਂ ਉਹ ਪ੍ਰਸ਼ਾਦਾ ਛਕਣ ਲੱਗਦਾ ਹੈ ਨਾ, ਉਹਨੂੰ ਛਕਦੇ ਨੂੰ ਵੇਖ ਕੇ ਤੇ ਸਾਨੂੰ ਵੀ ਭੁੱਖ ਲੱਗ ਗਈ। ਪਹਿਲਾਂ ਕੋਈ ਖਿਆਲ ਨਹੀਂ, ਚੇਤਾ ਵੀ ਨਹੀਂ ਕਿ ਮੈਨੂੰ ਭੁੱਖ ਲੱਗੀ ਜੇ ਮੈਂ ਰੋਟੀ ਖਾਣੀ ਨਾ। ਪਰ ਜਦ ਦੂਸਰੇ ਨੂੰ ਪ੍ਰਸ਼ਾਦਾ ਛਕਦਿਆਂ ਦੇਖਿਆ, ਫਿਰ ਭੁੱਖ ਪੈਦਾ ਹੋ ਗਈ ਅੰਦਰ ਵੇਖ ਕੇ। ਬੇਨਤੀ ਇਹ ਹੈ ਕਿ ਪਿਆਰਿਓ, ਜਦੋਂ ਕਿਸੇ ਨੂੰ ਭੋਜਨ ਕਰਦਿਆਂ ਦੇਖੀਏ, ਤਨ ਅੰਦਰ ਭੋਜਨ ਦੀ ਭੁੱਖ ਪੈਦਾ ਹੁੰਦੀ ਹੈ। ਤੇ ਜਦੋਂ ਕਿਸੇ ਦੇ ਭਜਨ ਕਰਨ ਵਾਲੇ ਦੇ ਕੋਲ ਬੈਠਾਂਗੇ, ਅੰਦਰ ਭਜਨ ਕਰਨ ਦੀ ਵੀ ਉਮੰਗ ਪੈਦਾ ਹੋਏਗੀ। ਸੇਵਾ ਕਰਦਿਆਂ ਦੇਖਾਂਗੇ ਕਿਸੇ ਨੂੰ, ਅੰਦਰ ਸੇਵਾ ਕਰਨ ਦਾ ਚਾਅ ਪੈਦਾ ਹੋਵੇਗਾ। ਤਾਂ ਇਹ ਕਿਹਾ ਜਾਂਦਾ ਹੈ ਕਿ ਸਤ ਸੰਗ ਕਰੋ, ਗੁਰਮੁਖਾਂ ਦੀ ਸੰਗਤ ਕਰੋ। ਜਿਹੜੇ ਬਾਣੀ ਪੜਨ ਵਾਲੇ ਨੇ ਉਹਨਾਂ ਦੇ ਕੋਲ ਬੈਠੋ। ਜਦੋਂ ਉਹਨਾਂ ਨੂੰ ਬਾਣੀ ਪੜਦਿਆਂ ਤੱਕਾਂਗੇ, ਅੰਦਰ ਚਾਅ ਪੈਦਾ ਕਿ ਮੈਂ ਵੀ ਬਾਣੀ ਪੜਾਂ, ਮੈਂ ਵੀ ਬਾਣੀ ਪੜਾਂ। ਇਹ ਲਗਨ ਲੱਗਦੀ ਹੈ। ਇਹ ਕੁਛ ਹੋਇਆ ਜੀ ਗੰਗਾ ਰਾਮ ਦੇ ਨਾਲ। ਸਿੱਖਾਂ ਨੂੰ ਸੇਵਾ ਕਰਦਿਆਂ ਦੇਖਿਆ, ਮਨ ਅੰਦਰ ਚਾਅ ਪੈਦਾ ਹੋ ਗਿਆ ਕਿ ਮੈਂ ਵੀ ਸੇਵਾ ਕਰਾਂ। ਅੰਦਰ ਸ਼ਰਧਾ ਬਜ ਗਈ ਹੈ ਜੀ। ਹੋਏ ਸੁਫਲ ਕੁਛ ਸੁਖ ਮੈਂ ਪਾਉ, ਤਬ ਮੈਂ ਸਿੱਖੀ ਭਲੇ ਕਮਾਉ। ਕਹਿਣ ਲੱਗਿਆ ਵੀ ਮੈਂ ਵੀ ਸੇਵਾ ਕਰਾਂ, ਗੁਰੂ ਜੀ ਦੀ ਸ਼ਰਧਾ ਹਿਰਦੇ ਵਿੱਚ ਧਰਾਂ, ਮੇਰਾ ਵੀ ਜਨਮ ਸਫਲਾ ਹੋ ਜਾਏਗਾ। ਤੇ ਜੇ ਸੇਵਾ ਸਿੱਖੇ ਲੱਗੀ, ਸਫਲ ਹੋ ਗਈ, ਮੈਂ ਵੀ ਗੁਰੂ ਦੇ ਕੋਲੋਂ ਗੁਰੂ ਦੀ ਸਿੱਖੀ ਨੂੰ ਕਮਾ ਲਵਾਂਗਾ ਜੀ। ਦਿਵਸ ਦੂਸਰੇ ਦੇਗ ਨ ਹੋਈ, ਇਹ ਅਵਸਰ ਮੁਝ ਆਪਰ ਨਾ ਕੋਈ। ਪਿਆਰਿਓ, ਦੂਸਰੇ ਦਿਨ ਵੀ ਜਦੋਂ ਲੰਗਰ ਨਾ ਚੱਲਿਆ, ਤੇ ਗੰਗਾ ਰਾਮ ਨੇ ਸੋਚਿਆ ਕਿ ਗੁਰ ਅਰਜਨ ਦੇ ਘਰ ਘਾਟਾ ਤੇ ਕੋਈ ਨਹੀਂ ਹੈ। ਇਹ ਤੇ ਜਿੰਨਾ ਮਰਜੀ ਇੱਥੇ ਲੰਗਰ ਲਗਾ ਲੈਣ, ਪਰ ਲੱਗਦਾ ਇਹ ਤੈਨੂੰ ਮੌਕਾ ਦੇ ਰਹੇ ਨੇ ਸੇਵਾ ਦਾ। ਇਹ ਗੁਰੂ ਦੀ ਆਪਣੀ ਕਲਾ ਹੈ। ਨਹੀਂ ਤੇ ਗੁਰੂ ਕਾ ਲੰਗਰ ਕਿਧਰੇ ਇਹ ਮਸਤਾਨਾ ਹੋ ਸਕਦਾ? ਗੁਰੂ ਘਰ ਰਸਤਾਂ ਵਸਤਾਂ ਦੀ ਕਦੇ ਥੋੜ ਆ ਸਕਦੀ ਹੈ? ਗੁਰੂ ਤੇ ਸਮਰੱਥ ਹੈ। ਗੁਰੂ ਤੇ ਸਾਰੇ ਜੀਆਂ ਨੂੰ ਇਹ ਦਾਤਾਂ ਦੇਣ ਵਾਲਾ ਹੈ, ਰਿਜ਼ਕ ਦੇਣ ਵਾਲਾ। ਇਹ ਹੁਣ ਮਨ 'ਚ ਇਹ ਸੋਚ ਆ ਗਈ ਕਿ ਜੋ ਕੁਝ ਹੋ ਰਿਹਾ ਸ਼ਾਇਦ ਇਹ ਮੇਰੇ ਭਲਾ ਹੋਣ ਕਰਕੇ ਹੋ ਰਿਹਾ ਹੈ। ਇਹ ਮੈਨੂੰ ਇੱਕ ਅਵਸਰ ਮਿਲਦਾ ਪਿਆ, ਕੋਈ ਮੇਰੇ ਪੂਰਬਲੇ ਜਨਮਾਂ ਦੇ ਕੁਝ ਕਰਮ ਅੱਗੇ ਆ ਰਹੇ ਨੇ। ਇਹਦੇ ਹੁਣ ਅੰਦਰ ਭਾਵਨਾ ਬਣ ਗਈ ਜੀ, ਇਹ ਅਵਸਰ ਮੁਝ ਅਪਰ ਨਾ ਕੋਈ। ਕਹਿੰਦਾ ਵੀ ਗੰਗਾ ਰਾਮਾ ਮੌਕਾ ਹੀ ਹੁਣ ਅਵਸਰ ਹੀ, ਪਰਤ ਕੇ ਦੁਬਾਰਾ ਇਹ ਸਮਾਂ ਮਿਲੇ ਜਾਂ ਨਾ ਮਿਲੇ ਜੀ। ਇਤਿਆਦਕ ਔਰ ਚਿਤਵਤ ਭਇਓ, ਜਹ ਲੰਗਰ ਥਲ ਤਹ ਕੋ ਗਇਓ। ਇਸ ਤਰ੍ਹਾਂ ਆਪਣੇ ਮਨ ਅੰਦਰ ਸੋਚ ਕੇ ਵਿਚਾਰ ਕੇ ਗੰਗਾ ਰਾਮ ਉੱਥੇ ਚਲਿਆ ਗਿਆ ਜੀ, ਜਿੱਥੇ ਲੰਗਰ ਦੀਆਂ ਰਸਤਾਂ ਵਸਤਾਂ
ਪਈਆਂ ਹੁੰਦੀਆਂ ਨੇ ਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਜੀ। ਪੂਜਣ ਕਰਿਓ ਦੇਗ ਕਿਮ ਚਲੈ, ਕਹਿਤੇ ਅੰਨ ਰਾਸ ਨਿਤ ਮਿਲੈ। ਜਿਹੜੇ ਉਥੇ ਸੇਵਾਦਾਰ ਸੇਵਾ ਨਿਭਾਉਣ ਵਾਲੇ ਖੜੇ ਸਨ, ਲੰਗਰ ਤਿਆਰ ਕਰਨ ਵਾਲੇ, ਤੇ ਜਾ ਕੇ ਉਹਨਾਂ ਨੂੰ ਪੁੱਛਦਾ ਏ, ਐ ਗੁਰੂ ਕੇ ਸਿੱਖੋ ਮੈਨੂੰ ਇਹ ਦੱਸੋ ਦੇਗ ਕਿਮ ਚਲੈ, ਇਹ ਜਿਹੜਾ ਲੰਗਰ ਇਹ ਕਿਵੇਂ ਚੱਲਦਾ ਏ, ਇਹਦਾ ਪ੍ਰਬੰਧ ਕੌਣ ਕਰਦਾ ਹੈ, ਇੰਤਜ਼ਾਮ ਕੌਣ ਕਰਦਾ ਹੈ, ਇਹ ਸਾਰਾ ਖਰਚਾ ਕਿੱਥੋਂ ਆਉਂਦਾ ਹੈ, ਕੀ ਹਿਸਾਬ ਕਿਤਾਬ ਹੈ। ਕਹਿਤੇ ਅੰਨ ਰਾਸ ਨਿਤ ਮਿਲੈ, ਇਹ ਅਨਾਜ ਕੌਣ ਦਿੰਦਾ ਏ, ਇਹ ਰਾਸ ਕਿੱਥੋਂ ਮਿਲਦੀ ਏ, ਇਹ ਰਸ਼ਤਾਂ ਵਸ਼ਤਾਂ ਸਾਰੀਆਂ ਇਹ ਕਿੱਥੋਂ ਆਉਂਦੀਆਂ ਹਨ ਜੀ। ਸਿੱਖਨ ਕਹਿਓ ਗ੍ਰਾਮ ਤੇ ਆਵੈ, ਮਾਨਵ ਆਨ ਹਜ਼ਾਰੋਂ ਖਾਵੈ। ਸਿੱਖਾਂ ਨੇ ਕਿਹਾ ਵੀ ਇਹ ਜਿਹੜਾ ਅਨਾਜ ਇਹ ਪਿੰਡਾਂ ਤੋਂ ਆਉਂਦਾ ਏ। ਜਦੋਂ ਕਿਸੇ ਦੀ ਕਣਕ ਪੱਕਦੀ ਏ ਤੇ ਜਦੋਂ ਕਣਕ ਨੂੰ ਉਹ ਵੱਢਦੇ ਨੇ, ਕਟਾਈ ਕਰਦੇ ਨੇ, ਤੇ ਉਹਨਾਂ ਦੀ ਭਾਵਨਾ ਏ ਕਿ ਭੜੋਲਿਆਂ 'ਚ ਆਪਣੇ ਖਾਣ ਲਈ ਦਾਣੇ ਪਾਉਣ ਤੋਂ ਪਹਿਲਾਂ ਉਹ ਬੋਰੀ ਭਰ ਕੇ ਤੇ ਗੁਰੂ ਕੇ ਲੰਗਰਾਂ ਵਿੱਚ ਲੈ ਕੇ ਆਉਂਦੇ ਨੇ। ਇਹ ਇੱਥੋਂ ਆਉਂਦਾ ਹੈ। ਜੇ ਸਵੇਰੇ ਜੀਰੀ ਕੋਈ ਝੋਨੇ ਦੀ ਕਟਾਈ ਕਰਦਾ ਹੈ ਤੇ ਜਦੋਂ ਚੌਲ ਛੜਾਉਂਦਾ ਏ, ਆਪ ਰਿੰਨ ਕੇ ਖਾਣ ਤੋਂ ਪਹਿਲਾਂ ਬੋਰਾ ਭਰ ਕੇ ਉਹ ਗੁਰੂ ਘਰ ਲੈ ਕੇ ਆਉਂਦਾ। ਕੋਈ ਦੁੱਧ ਲੈ ਕੇ ਆਉਂਦਾ, ਕੋਈ ਗੁੜ ਲੈ ਕੇ ਆਉਂਦਾ। ਇਹ ਸਾਰਾ ਜਿਹੜਾ ਸਿਲਸਿਲਾ ਇਹ ਪਿੰਡਾਂ ਚੋਂ ਜਿਹੜੀਆਂ ਸੰਗਤਾਂ ਨੇ, ਸਿੱਖ ਨੇ, ਉਹ ਲੈ ਕੇ ਆਉਂਦੀਆਂ ਹਨ ਜੀ। ਸਿੱਖ ਸੇਵਕ ਗੁਰ ਕੇ ਬਹੁ ਆਨ ਹੈ, ਹਾਥ ਜੋਰ ਅਰਪਨ ਗਾਨ ਠਾਨ ਹੈ। ਤੇ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਸੰਗਤਾਂ ਆਉਂਦੀਆਂ ਨੇ, ਮਨੁੱਖ ਆਉਂਦੇ ਨੇ, ਲੰਗਰ ਛਕਦੇ ਨੇ। ਸਿੱਖ ਸੇਵਕ ਗੁਰ ਕੇ ਬਹੁ ਆਨ ਹੈ, ਤੇ ਗੁਰੂ ਜੀ ਦੇ ਸਿੱਖ ਸੇਵਕ ਬਹੁਤ ਆਉਂਦੇ ਨੇ ਤੇ ਆਣ ਕੇ ਭੇਟਾ ਲੈ ਕੇ ਆਉਂਦੇ ਨੇ, ਗੁਰੂ ਚਰਨਾਂ 'ਚ ਅਦਬ ਦੇ ਨਾਲ ਅਰਪਣ ਕਰਕੇ ਤੇ ਆਪਣੇ ਧਨ ਭਾਗ ਸਮਝਦੇ ਹਨ ਜੀ। ਨਿਤ ਅਤੋਟ ਸਤਿਗੁਰੂ ਭੰਡਾਰਾ, ਚਲੇ ਹੋ ਜਾਏ ਸਦ ਇਸੀ ਪ੍ਰਕਾਰ। ਇਸੇ ਤਰ੍ਹਾਂ ਇਹ ਗੁਰੂ ਘਰ ਅੰਦਰ ਲੰਗਰ ਚੱਲਦਾ ਰਹਿੰਦਾ, ਅਤੁੱਟ ਵਰਦਾ ਰਹਿੰਦਾ ਲਗਾਤਾਰ, ਇਹ ਰੁਕਦਾ ਨਹੀਂ ਹੈ। ਕਹਿਣ ਲੱਗਿਆ, ਸਮਝਾਇਆ ਗੁਰੂ ਕੇ ਸਿੱਖਾਂ ਨੇ, ਚਲੇ ਹੋ ਜਾਏ ਸਦ ਇਸੀ ਪ੍ਰਕਾਰ। ਇਸੇ ਤਰ੍ਹਾਂ ਇਹ ਭੰਡਾਰ ਗੁਰੂ ਕਾ ਲੰਗਰ ਚੱਲਦਾ ਜਾਂਦਾ ਹੈ ਜੀ। ਸੁਣ ਕਰ ਗੰਗਾ ਰਾਮ ਬਖਾਨਾ, ਵੇਚਨ ਹੇਤ ਅੰਨ ਮੈਂ ਆਨਾ। ਜਦੋਂ ਸਾਰੀ ਗੱਲਬਾਤ ਵਾਰਤਾ ਸੁਣੀ ਤੇ ਗੰਗਾ ਰਾਮ ਫਿਰ ਸਿੱਖਾਂ ਨੂੰ ਬੇਨਤੀ ਕਰਦਾ ਹੈ, ਕਹਿੰਦਾ ਗੱਲ ਏਦਾਂ, ਮੈਂ ਬਠਿੰਡੇ ਤੋਂ ਚੱਲਿਆ ਸਾਂ, ਆਪਣੇ ਗੱਡਿਆਂ ਤੇ ਬਾਜਰਾ ਲੱਦਿਆ ਏ, ਅੰਨ ਲੱਦਿਆ ਏ, ਆਇਆ ਸਾਂ ਕਿ ਵੇਚਾਂਗਾ, ਬਹੁਤ ਸਾਰੀ ਰਕਮ ਮੈਂ ਖੱਟ ਕੇ ਲੈ ਕੇ ਜਾਵਾਂਗਾ, ਪਰ ਕਹਿੰਦਾ ਮੈਨੂੰ ਮੌਕਾ ਦੇ ਦਿਓ ਕਿ ਲੰਗਰਾਂ ਦੇ ਵਿੱਚ ਮੈਂ ਸੇਵਾ ਕਰ ਲਵਾਂ। ਗੁਰੂ ਦੀਆਂ ਸੀਸਾਂ ਵਰਗੀ ਦੌਲਤ ਮੈਨੂੰ ਕਿੱਧਰੋਂ ਨਹੀਂ ਮਿਲਦੀ, ਗੁਰੂ ਅਰਜਨ ਦੇਵ ਜੀ ਦੀਆਂ ਕਿਰਪਾ ਰਹਿਮਤਾਂ ਵਰਗੀ ਮੈਨੂੰ ਦੌਲਤ, ਇਹ ਧਨ ਕਿੱਧਰੋਂ ਨਹੀਂ ਪ੍ਰਾਪਤ ਹੋਣਾ, ਮੈਂ ਸੇਵਾ 'ਚ ਇਹ ਯੋਗਦਾਨ ਪਾ ਸਕਣਾ। ਪਿਆਰਿਓ, ਗੰਗਾ ਰਾਮ ਸਿੱਖਾਂ ਦੇ ਚਰਨਾਂ ਵਿੱਚ ਫਿਰ ਇਹ ਬੇਨਤੀ ਕਰਦਾ ਹੈ ਜੀ। ਨਗਰ ਬਠਿੰਡੇ ਵਾਸ ਹਮਾਰਾ, ਲੈਨ ਲਾਭ ਕੋ ਇਤ ਪਗ ਧਾਰਾ। ਮੈਂ ਬਠਿੰਡੇ ਨਗਰ ਦਾ ਰਹਿਣ ਵਾਲਾ ਹਾਂ, ਇਹ ਅਨਾਜ ਲੈ ਕੇ ਆਇਆ ਵਾਂ ਵੀ ਇਧਰ ਇਸ ਇਲਾਕੇ ਵਿੱਚ ਆਣ ਕੇ ਵੇਚਾਂਗਾ, ਨਫਾ ਬਹੁਤ ਹੋ ਜਾਏਗਾ, ਮੈਨੂੰ ਲਾਭ ਹੋ ਜਾਏਗਾ। ਪਰ ਕਹਿੰਦਾ ਹੁਣ ਮੈਨੂੰ ਇਵੇਂ ਲੱਗਦਾ ਹੈ ਕਿ ਜੇ ਮੇਰਾ ਅਨਾਜ ਗੁਰੂ ਕੇ ਲੰਗਰਾਂ ਵਿੱਚ ਲੱਗ ਜਾਏ ਤੇ ਇਹਦੇ ਤੋਂ ਵੱਡਾ ਫਿਰ ਹੋਰ ਨਫਾ ਕੋਈ ਨਹੀਂ ਹੈ, ਇਹਦੇ ਤੋਂ ਵੱਡਾ ਕੋਈ ਹੋਰ ਲਾਭ ਕੋਈ ਨਹੀਂ ਹੈ, ਇਹਦੇ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ। ਬਸ ਇਹਦੇ ਵਿੱਚ ਬਰਕਤਾਂ ਹੀ ਬਰਕਤਾਂ ਨੇ। ਗੰਗਾ ਰਾਮ ਪਿਆਰੇ ਫਿਰ ਕਿਵੇਂ ਸੇਵਾ ਕਰਦਾ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਦਾ ਹੈ, ਗੁਰੂ ਮਹਾਰਾਜ ਫਿਰ ਕਿਵੇਂ ਇਸ ਨੂੰ ਨਿਵਾਜ਼ਦੇ ਨੇ। ਇਹ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਨਾ, ਇਹਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਮਾਫ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।